ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਜਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਨੇ ਆਪਾਂ ਨੂੰ ਭਾਈ ਸ਼ਾਮ ਦੇ ਸਮੇਂ ਹਰ ਰੋਜ਼ ਦੀ ਤਰ੍ਹਾਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਗੁਰੂ ਸਾਹਿਬ ਦੀ ਕਿਰਪਾ ਸਦਕਾ ਕੱਲ ਤੋਂ ਜੋ ਕਥਾ ਸ੍ਰੀ ਗੁਰਪੁਰਬ ਪ੍ਰਕਾਸ਼ ਇਸ ਇਤਿਹਾਸਕ ਗ੍ਰੰਥ ਦੀ ਕਥਾ ਸ਼ੁਰੂ ਹੋਈ ਹੈ, ਜੋ ਗੁਰਮੁਖੋ ਇਸ ਦੇ ਲਿਖਾਰੀ ਹਨ, ਉਹ ਕਵੀ ਸੰਤਰੇਣ ਪ੍ਰੇਮ ਸਿੰਘ ਜੀ, ਜਿਨ੍ਹਾਂ ਦੁਆਰਾ ਇਹ ਰਚਿਤ ਗ੍ਰੰਥ ਜਿਸ ਦੀ ਕਥਾ ਜੋ ਹੈ ਲੜੀਵਾਰ ਆਰੰਭ ਹੋਈ ਹੈ। ਕੱਲ ਆਪਾਂ ਪਹਿਲਾਂ ਭੂਮਿਕਾ ਜਾਣੀ ਹੈ ਕਿ ਕੀ ਕਾਰਨ ਸੀ ਜੋ ਸੰਤਰੇਣ ਜੀ ਕਹਿੰਦੇ ਭਾਈ ਅਸੀਂ ਇਹ ਗ੍ਰੰਥ ਦੀ ਰਚਨਾ ਕੀਤੀ ਕਿ ਜੋ ਬਾਬਾ ਪ੍ਰੇਮ ਸਿੰਘ ਜੀ ਬੇਦੀ ਉਹ ਸਾਡੇ ਕੋਲ ਆਏ ਤੇ ਹੋਰ ਸਿੱਖ ਸੰਗਤਾਂ ਨੇ ਵੀ ਪ੍ਰੇਰਨਾ ਦਿੱਤੀ, ਕਿਉਂਕਿ ਗੁਰ ਭਾਈ ਸਨ। ਬਾਬਾ ਪ੍ਰੇਮ ਸਿੰਘ ਜੀ ਬੇਦੀ ਉਹ ਗੁਰੂ ਨਾਨਕ ਦੇਵ ਮਹਾਰਾਜ ਦੀ ਅੰਸ਼ ਬੰਸ਼ ਵਿੱਚੋਂ ਸੀ। ਇਹ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਇਹ ਗੁਰੂ ਅੰਗਦ ਦੇਵ ਮਹਾਰਾਜ ਦੀ ਅੰਸ਼ ਬੰਸ਼ ਵਿੱਚੋਂ। ਇਹ ਵਿਦਵਾਨ ਬਹੁਤ ਸਨ ਤੇ ਇਕੱਠੇ ਇਹ ਸੰਤ ਅਮੀਰ ਸਿੰਘ ਜੀ ਅੰਮ੍ਰਿਤਸਰ ਸੱਤੋ ਗਲੀ ਵਾਲੇ, ਉਹਨਾਂ ਮਹਾਂਪੁਰਸ਼ਾਂ ਕੋਲੇ ਵਿਦਿਆ ਪੜ੍ਹੀ, ਇਸ ਕਰਕੇ ਗੁਰ ਭਾਈ ਸੀ। ਫੇਰ ਗੁਰਮੁਖੋ ਨਾਮ ਵੀ ਇੱਕ ਹੈ ਤੇ ਇਸ ਤਰ੍ਹਾਂ ਇਹ ਖੇਡ ਬਣੀ ਕਿ ਉਹਨਾਂ ਕਿਹਾ ਵੀ ਤੁਸੀਂ ਵਿਦਵਾਨ ਹੋ ਤੇ ਕੋਈ ਗ੍ਰੰਥ ਜਿਹੜਾ ਹੈ 10 ਪਾਤਸ਼ਾਹੀਆਂ ਦਾ ਇਤਿਹਾਸ ਤੁਸੀਂ ਵੀ ਲਿਖੋ। ਤੇ ਫਿਰ ਸੰਤਰੇਣ ਪ੍ਰੇਮ ਸਿੰਘ ਜੀ ਨੇ ਇਹ ਸਾਰੀ ਗੱਲ ਦੱਸੀ ਕਿ ਅਸੀਂ ਭਾਈ
435 ਨਾਨਕਸ਼ਾਹੀ ਸੰਮਤ ਦੇ ਵਿੱਚ ਫਿਰ ਅਸੀਂ ਘੁੰਮਣਾ ਫਿਰਨਾ ਸ਼ੁਰੂ ਕੀਤਾ। ਇਹ ਜੋ ਸੰਤ ਪ੍ਰੇਮ ਸਿੰਘ ਜੀ, ਸੰਤ ਰੇਣ ਪ੍ਰੇਮ ਸਿੰਘ ਜੀ ਸਨ ਤ੍ਰੇਹਣ, ਇਹਨਾਂ ਨੇ ਗੁਰਮੁਖੋ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਤੋਂ ਅੰਮ੍ਰਿਤ ਛਕਿਆ ਸੀ ਅੰਮ੍ਰਿਤਸਰ। ਬਹੁਤ ਵੱਡਾ ਅੰਮ੍ਰਿਤ ਸੰਚਾਰ ਹੋਇਆ। ਵਿਦਿਆ ਜਿਹੜੀ ਹੈ ਉਹ ਸੰਤ ਅਮੀਰ ਸਿੰਘ ਜੀ ਤੋਂ ਪੜ੍ਹੀ ਸੀ, ਜੋ ਭਾਈ ਮਨੀ ਸਿੰਘ ਜੀ ਸ਼ਹੀਦ, ਉਹਨਾਂ ਦੀ ਟਕਸਾਲ ਹੈ ਅੰਮ੍ਰਿਤਸਰ ਸਾਹਿਬ, ਸੱਤੋ ਗਲੀ ਸਥਾਨ। ਤੋ ਇਸ ਤਰ੍ਹਾਂ ਇਹ ਸੰਬੰਧ ਵੀ ਕਿ ਇੱਕ ਜਗ੍ਹਾ ਤੇ ਰਹਿਣ ਕਰਕੇ ਪ੍ਰੇਮ ਪਿਆਰ ਵੀ ਸੀ, ਨਾਮ ਵੀ ਦੋਨਾਂ ਦਾ ਪ੍ਰੇਮ ਸਿੰਘ। ਇਹਨਾਂ ਨੇ ਫਿਰ ਗ੍ਰੰਥ ਜਿਹੜਾ ਹੈ 10 ਸਾਲ ਘੁੰਮੇ ਫਿਰੇ। 435 ਨਾਨਕਸ਼ਾਹੀ ਸੰਮਤ ਤੋਂ ਲੈ ਕੇ 445 ਤੱਕ 10 ਸਾਲ ਸਾਰੇ ਖੋਜ ਵਿਚਾਰ ਕਰਕੇ ਫਿਰ ਅੰਮ੍ਰਿਤਸਰ ਸਾਹਿਬ ਰਹਿ ਕੇ ਗ੍ਰੰਥ ਲਿਖਣਾ ਸ਼ੁਰੂ ਕੀਤਾ। ਤੇ ਨਰਿਆਬ ਆਪਣੇ ਕਸਬੇ, ਨਰਿਆਬ ਇਹਨਾਂ ਦਾ ਨਗਰ ਸੀ ਜੋ ਪਾਕਿਸਤਾਨ ਵਿੱਚ ਰਹਿ ਗਿਆ। ਔਰ ਉੱਥੇ 5 ਸਾਲ ਫਿਰ ਗ੍ਰੰਥ ਲਿਖਣ ਨੂੰ ਲੱਗੇ, ਇਸ ਨੂੰ ਇਤਿਹਾਸ ਨੂੰ, ਕਿਉਂਕਿ ਕਾਵ ਰੂਪ ਵਿੱਚ ਹੈ, ਛੰਦਾਬੰਦੀ ਬਣਨੀ ਹੈ। ਇਸ ਤਰ੍ਹਾਂ ਫਿਰ ਇਹ ਗ੍ਰੰਥ 450 ਨਾਨਕਸ਼ਾਹੀ ਸੰਮਤ ਦੇ ਵਿੱਚ ਇਹ ਭਾਈ ਛਪਿਆ ਹੈ। ਤੇ ਲਗਭਗ ਹੁਣ ਤੋਂ 105 ਸਾਲ ਪਹਿਲਾਂ ਇਹ ਗ੍ਰੰਥ ਜਿਹੜਾ, ਕਿਉਂਕਿ ਹੁਣ 555 ਹੈ। ਇਸ ਤਰ੍ਹਾਂ ਫਿਰ ਇਹਨਾਂ ਨੇ ਨਾਂ ਰੱਖਿਆ ਸ੍ਰੀ ਗੁਰਪੁਰ ਪ੍ਰਕਾਸ਼, ਭਾਵ ਗੁਰੂ ਦੀ ਪੁਰੀ, ਪੁਰੀਪੁਰ ਸ਼ਹਿਰ ਨੂੰ ਕਹਿੰਦੇ ਆ। ਤੇ ਇਹਦੇ ਵਿੱਚ 10 ਮਹੱਲੇ ਬਣਾਏ, ਜਿਵੇਂ ਪਹਿਲਾ ਮਹੱਲਾ ਦੂਜਾ 10 ਗੁਰੂਆਂ ਦਾ। ਇਹ ਕਹਿੰਦੇ ਭਾਈ 10 ਗੁਰੂਆਂ ਦੇ ਇਤਿਹਾਸ ਰੂਪੀ 10 ਮਹੱਲੇ ਆ। ਫਿਰ ਮਹੱਲਾ, ਜਿਵੇਂ ਆਪਾਂ ਪਿੰਡ ਕਹਿ ਦਿੰਦੇ ਆ, ਸ਼ਹਿਰਾਂ 'ਚ ਮਹੱਲੇ ਹੁੰਦੇ ਆ। ਇੱਕ ਮਹੱਲੇ ਦੇ ਵਿੱਚ ਫਿਰ ਘਰ ਹੁੰਦੇ ਨੇ, ਕੋਈ ਛੋਟੇ ਵੱਡੇ, ਕੋਈ ਹਵੇਲੀ ਹੈ, ਕੋਈ ਕਿਸ ਤਰ੍ਹਾਂ। ਉਸ ਮਹੱਲੇ ਵਿੱਚ ਜਿਵੇਂ ਇਹ ਪ੍ਰਸੰਗ ਆਉਣਗੇ, ਵੀ ਇੱਕ ਇੱਕ ਪ੍ਰਸੰਗ ਸਮਝੋ, ਉਸ ਇੱਕ ਮਹੱਲੇ ਦੇ ਵਿੱਚ ਘਰ ਹੈ। ਜਿਵੇਂ ਗੁਰੂ ਮਹਾਰਾਜ ਦਾ ਇੱਕ ਪ੍ਰਸੰਗ ਲਿਖਤਾ, ਉਹ ਜਾਣੋ ਕਿ ਉਸ ਇੱਕ ਮਹੱਲੇ ਵਿੱਚ ਇੱਕ ਘਰ। ਇਹਨਾਂ ਨੇ ਇਸ ਢੰਗ ਨਾਲ ਇਸ ਗ੍ਰੰਥ ਨੂੰ ਰੂਪ ਰੇਖਾ ਦਿੱਤੀ ਹੈ। ਔਰ ਫਿਰ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਵੀ, ਹੈ ਗੁਰ ਰੂਪ ਅਕਾਲ ਸਦਾ ਤੁਮਰੇ ਜਸ ਕੋ ਕੋਈ ਅੰਤ ਨਾ ਪਾਵਤ। ਦਾਸ ਤੇ ਭੂਲ ਜੋ ਚੂਕ ਭਈ ਬਖਸ਼ਿੰਦ ਅਹੋ ਇਸ ਤੇ ਬਖਸ਼ਾਵਤ। ਨਿਜ ਬਿਰਦ ਕੀ ਲਾਜ ਸਦਾ ਰੱਖੀਏ ਜਗ ਮੈਂ ਪ੍ਰਭ ਕਿੰਕਰ ਤੋਹਿ ਕਹਾਵਤ। ਅਹੋ ਸੰਤ ਗੁਰੂ ਕਵ ਰੇਣ ਅਹੈ ਹਰ ਪ੍ਰੇਮ ਸਦਾ ਪਗ ਕੰਜ ਸੁਹਾਵਤ। ਇਉਂ ਫਿਰ ਉਸ ਤੋਂ ਅੱਗੇ ਆਪਣੀ ਬੰਸਾਵਲੀ ਦੱਸੀ ਹੈ, ਜੋ ਆਪਾਂ ਕਵਿੱਤਰ ਰੂਪ ਵਿੱਚ ਕੱਲ ਪੜ੍ਹ ਵੀ ਲਈ ਸੀ, ਪਰ ਇੱਥੋਂ ਹੀ ਆਪਾਂ ਹੁਣ ਅੱਗੇ ਆਰੰਭ ਕਰਦੇ ਹਾਂ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਥ ਕਾਵ ਬੰਸਾਵਲੀ। ਆਥ ਦਾ ਭਾਵ ਹੈ ਹੁਣ, ਕਿ ਹੁਣ ਭਾਈ ਕਵੀ ਦੀ ਜਿਹੜੀ ਬੰਸਾਵਲੀ ਹੈ, ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹ ਆਪਣੇ ਬਾਰੇ ਦੱਸਦੇ ਹਨ। ਦੋਹਰਾ ਪ੍ਰਥਮ ਅਕਾਲ ਧਿਆਏ ਕੈ ਸਭ ਸਤ ਗੁਰੂ ਮਨਾਏ। ਤੇ ਪਹਿਲਾਂ ਭਾਈ ਅਕਾਲ ਪੁਰਖ ਨੂੰ ਧਿਆ ਕੇ ਫਿਰ ਸਾਰੇ ਸਤਿਗੁਰੂ 10 ਪਾਤਸ਼ਾਹੀਆਂ, ਉਹਨਾਂ ਨੂੰ ਮਨਾ ਕਰ ਨਿਜ ਬੰਸਹਿ ਵਰਣਨ ਕਰੋ ਸੁਨੋ ਸੰਤ ਮਨ ਲਾਏ। ਕਹਿੰਦੇ ਭਾਈ ਮੈਂ ਹੁਣ ਆਪਣੀ ਬੰਸ ਬਾਰੇ ਦੱਸਣ ਲੱਗਿਆ ਹਾਂ। ਐ ਸਰੋਤਾ ਜਨ ਗੁਰਮੁਖੋ ਸੰਤੋ ਪੁਰਸ਼ੋ,
ਭਾਈ ਮਨ ਲਾ ਕੇ ਸਰਵਣ ਕਰੋ ਕਬਿਤ। ਸ੍ਰੀ ਗੁਰੂ ਨਾਨਕ ਸਵਰੂਪ ਗੁਰੂ ਅੰਗਦ ਜੀ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਸਰੂਪ ਜੋ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਤਾਹੇ ਕੇ ਸਪੁੱਤਰ ਸ੍ਰੀ ਦਾਸੂ ਜੀ ਬਖਾਨੀਏ। ਉਹਨਾਂ ਦੇ ਅੱਗੇ ਦੂਜੇ ਥਾਂ ਤੇ ਫਿਰ ਦੂਜੀ ਪੀੜ੍ਹੀ ਗੁਰੂ ਅੰਗਦ ਦੇ ਮਹਾਰਾਜ ਦੀ ਸਪੁੱਤਰ ਦੋ ਹੋਏ, ਬਾਬਾ ਦਾਤੂ ਤੇ ਬਾਬਾ ਦਾਸੂ ਜੀ। ਇਹਨਾਂ ਦੀ ਜਿਹੜੀ ਪੀੜ੍ਹੀ ਹੈ ਦਾਸੂ ਜੀ ਨਾਲ ਹੈ। ਤੋਂ ਦੂਜੇ ਪੀੜ੍ਹੀ ਵਿੱਚ ਜੋ ਗੁਰੂ ਅੰਗਦ ਦੇ ਮਹਾਰਾਜ ਦੇ ਜੋ ਬਾਬਾ ਦਾਸੂ ਜੀ ਸਨ, ਧਿਆਨ ਦਾਸ ਤਾਹੇ ਸੁੱਤ, ਉੱਤਮ ਦਾਸ ਤਾਹੇ ਸੁੱਤ। ਉਹਨਾਂ ਦੇ ਅੱਗੇ ਤੀਜੀ ਪੀੜ੍ਹੀ ਫਿਰ ਗੁਰੂ ਸਾਹਿਬ ਦੀ ਧਿਆਨ ਦਾਸ ਬਾਬਾ ਜੀ ਜੋ ਗੁਰੂ ਅੰਗਦ ਦੇ ਮਹਾਰਾਜ ਦੇ ਪੋਤਰੇ ਬਾਬਾ ਧਿਆਨ ਦਾਸ ਜੀ ਹੋਏ। ਤੇ ਧਿਆਨ ਦਾਸ ਜੀ ਦੇ ਅੱਗੇ ਪੁੱਤਰ ਬਾਬਾ ਉੱਤਮ ਦਾਸ ਜੀ ਜੋ ਕਿ ਗੁਰੂ ਅੰਗਦ ਦੇਵ ਜੀ ਦੀ ਚੌਥੀ ਪੀੜ੍ਹੀ ਹੈ। ਜੱਗਾ ਮੱਲ ਤਾਹੇ ਸੁੱਤ ਨੀਕੇ ਕਰ ਮਾਨੀਏ। ਅੱਗੇ ਭਾਈ ਗੁਰੂ ਅੰਗਦ ਦੇਵ ਜੀ ਦੀ ਪੰਜਵੀਂ ਪੀੜ੍ਹੀ ਬਾਬਾ ਜੱਗਾ ਮੱਲ ਜੀ ਜੋ ਕਿ ਬਾਬਾ ਉੱਤਮ ਦਾਸ ਜੀ ਦੇ ਭਾਈ ਸ਼ੁਭ ਚੰਗੇ ਪੁੱਤਰ ਕਰ ਮੰਨੀਏ। ਗੋਬਿੰਦ ਜੀ ਤਾਹੇ ਸੁੱਤ, ਖੁਸ਼ਹਾਲ ਸਿੰਘ ਤਾਹੇ ਸੁੱਤ। ਫਿਰ ਗੁਰੂ ਅੰਗਦ ਦੇਵ ਜੀ ਦੀ ਛੇਵੀਂ ਪੀੜ੍ਹੀ ਬਾਬਾ ਜੱਗਾ ਮੱਲ ਜੀ ਦੇ ਅੱਗੇ ਪੁੱਤਰ ਹੋਏ ਗੋਬਿੰਦ ਮੱਲ ਜੀ ਜੋ ਕਿ ਭਾਈ ਇਹ ਛੇਵੀਂ ਪੀੜ੍ਹੀ ਵਿੱਚ ਹੋਏ। ਤੇ ਅੱਗੇ ਗੁਰਮੁਖੋ ਖੁਸ਼ਹਾਲ ਸਿੰਘ ਤਾਹੇ ਸੁੱਤ ਜੋ ਗੁਰੂ ਅੰਗਦ ਦੇਵ ਜੀ ਦੀ ਸੱਤਵੀਂ ਪੀੜ੍ਹੀ। ਫਿਰ ਇਹਨਾਂ ਨੇ ਖੁਸ਼ਹਾਲ ਮੱਲ ਜੀ ਨੇ ਅੰਮ੍ਰਿਤ ਛਕਿਆ ਤੇ ਇਹਨਾਂ ਦਾ ਨਾਂ ਖੁਸ਼ਹਾਲ ਸਿੰਘ, ਉਹ ਭਾਈ ਸੱਤਵੀਂ ਪੀੜ੍ਹੀ ਹੋਈ। ਐਸੇ ਕ੍ਰਮ ਜਾਣੀਏ, ਐਸੇ ਭਾਈ ਕਰਮਵਾਰ ਜਾਣ ਲਈਏ। ਜੱਸਾ ਸਿੰਘ ਤਾਹੇ ਸੁੱਤ, ਰਤਨ ਸਿੰਘ ਤਾਹੇ ਸੁੱਤ। ਅੱਗੇ 8ਵੀਂ ਪੀੜ੍ਹੀ ਗੁਰੂ ਮਹਾਰਾਜ ਦੀ ਫਿਰ ਹੋਏ ਖੁਸ਼ਹਾਲ ਸਿੰਘ ਜੀ ਦੇ ਪੁੱਤਰ ਬਾਬਾ ਜੱਸਾ ਸਿੰਘ ਜੀ। ਤੇ ਜੱਸਾ ਸਿੰਘ ਜੀ ਦੇ ਅੱਗੇ ਭਾਈ ਗੁਰੂ ਮਹਾਰਾਜ ਦੀ 9ਵੀਂ ਪੀੜ੍ਹੀ ਅੱਗੇ ਜੱਸਾ ਸਿੰਘ ਦੇ ਪੁੱਤਰ ਹੋਏ ਬਾਬਾ ਰਤਨ ਸਿੰਘ। ਸੁੱਖਾ ਸਿੰਘ ਤਾਹੇ ਸੁੱਤ, ਭਲੇ ਪਹਿਚਾਨੀਏ। ਤੇ ਅੱਗੇ ਭਾਈ ਬਾਬਾ ਸੁੱਖਾ ਸਿੰਘ ਜੀ ਜੋ 10ਵੀਂ ਪੀੜ੍ਹੀ ਗੁਰੂ ਅੰਗਦ ਦੇ ਮਹਾਰਾਜ ਦੀ, ਇਹ ਬਾਬਾ ਜੱਸਾ ਸਿੰਘ ਜੀ ਦੇ ਪੁੱਤਰ ਨੇ ਬਾਬਾ ਸੁੱਖਾ ਸਿੰਘ। ਭਲੀ ਪ੍ਰਕਾਰ ਜਾਣੋ। ਤਿੰਨ ਹੋ ਕੇ ਸਪੁੱਤਰ ਸ੍ਰੀ ਬਾਬਾ ਜੀ ਲਛਮਣ ਸਿੰਘ। ਫਿਰ ਬਾਬਾ ਸੁੱਖਾ ਸਿੰਘ ਜੀ ਦੇ ਅੱਗੇ ਪੁੱਤਰ ਹੋਏ ਬਾਬਾ ਲਛਮਣ ਸਿੰਘ ਜੀ। 11ਵੀਂ ਪੀੜ੍ਹੀ ਪ੍ਰੇਮ ਸਿੰਘ ਸੰਤ ਰੇਣ ਕਵੀ ਤੈਨੂੰ ਕਯੋ ਹੈ। ਕਹਿੰਦੇ ਜਿਹੜਾ ਭਾਈ ਮੈਂ ਸੰਤ ਰੇਣ ਪ੍ਰੇਮ ਸਿੰਘ ਕਵੀ ਆ, ਮੈਂ ਉਹਨਾਂ ਦਾ ਬਾਬੇ ਲਛਮਣ ਸਿੰਘ ਦਾ ਪੁੱਤਰ ਆ। ਭਾਵ ਗੁਰੂ ਅੰਗਦ ਦੇ ਮਹਾਰਾਜ ਦੀ ਇਹ 12ਵੀਂ ਪੀੜ੍ਹੀ ਹੈ। ਸੰਮਤ ਸ੍ਰੀ ਨਾਨਕ ਜੀ 4-7-10 ਮਾਹੇ। ਜੋ ਸੰਮਤ ਸ੍ਰੀ ਨਾਨਕ ਜੀ ਭਾਵ ਨਾਨਕ ਸ਼ਾਹੀ ਸੰਮਤ 4-7 ਸ਼ਾਹ ਦੇ ਨਾਲ ਬਣ ਗਿਆ 410 ਦੇ ਵਿੱਚ ਖੰਡ ਨਰਿਆਬ ਪਹਿਲੀ ਮੱਘਰ ਭਵ ਲਿਓ ਹੈ। ਨਰਿਆਬ ਖੰਡ ਕਸਬੇ ਦੇ ਵਿੱਚ ਕਹਿੰਦੇ ਭਾਈ ਸਾਡਾ ਜਿਹੜਾ ਪਹਿਲੀ ਮੱਘਰ ਨੂੰ ਅਸੀਂ ਭਾਵ ਜਨਮ ਲਿਆ ਹੈ। ਪਹਿਲੀ ਮੱਘਰ 410 ਨਾਨਕ ਸ਼ਾਹੀ ਸੰਮਤ ਦੇ ਵਿੱਚ। ਪਿਤ ਪਾਰੇ ਮਾਤ ਪਿਤੇ ਅਦਕ ਲੜਾਏ ਲਾਡ। ਮਾਤਾ ਪਿਤਾ ਨੇ ਸਾਨੂੰ ਬਹੁਤ ਲਾਡ ਲੜਾ ਕੇ ਪ੍ਰੇਮ ਦੇ ਨਾਲ ਪਾਲਿਆ। ਸੁਧਾ ਸਾਰ ਆਏ ਪੁਨਾ ਵਿਦਿਆ ਕੋ ਲਿਓ ਹੈ। ਫਿਰ ਕਹਿੰਦੇ ਭਾਈ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਉੱਥੇ ਆ ਕੇ ਅਸੀਂ ਵਿਦਿਆ ਲਈ ਸੰਤ ਅਮੀਰ ਸਿੰਘ ਜੀ ਤੋਂ। ਪੁਨਹ ਦਿਸ ਚਤਰ ਰਟ ਦਰਸੇ ਸਥਾਨ ਗੁਰ। ਫਿਰ ਭਾਈ ਚਾਰੋਂ ਦਿਸ਼ਾਵਾਂ ਵਿੱਚ ਫਿਰ ਤੁਰ ਕੇ ਜਿੰਨੇ ਵੀ ਗੁਰੂ ਸਥਾਨ ਸੀ ਉਹਨਾਂ ਦੇ ਦਰਸ਼ਨ ਕੀਤੇ, ਇਤਿਹਾਸ ਜਾਣਿਆ।
ਰਚਿਓ ਪ੍ਰਕਾਸ਼ਪੁਰ ਗ੍ਰੰਥ ਗੁਰ ਥਿਓ ਹੈ। ਫਿਰ ਭਾਈਏ ਗੁਰਪੁਰ ਪ੍ਰਕਾਸ਼ ਗ੍ਰੰਥ ਇਹ ਰਚਨਾ ਕੀਤੀ ਜੋ ਇਤਿਹਾਸ ਬਣਿਆ ਦੋਹਰਾ। ਆਪਰ ਪ੍ਰਯੋਜਨ ਨਾਹੇ ਕਛ ਗੁਰਮਤਿ ਹਿਤ ਪ੍ਰਚਾਰ। ਸੰਤ ਨੈਣ ਜੀ ਕਹਿੰਦੇ ਵੀ ਇਹਦੇ ਵਿੱਚ ਹੋਰ ਕੋਈ ਸਾਡਾ ਪ੍ਰਯੋਜਨ ਨਹੀਂ ਹੈ, ਸਿਰਫ ਤੇ ਸਿਰਫ ਗੁਰੂ ਮਤ ਗੁਰਮਤ ਦੇ ਪ੍ਰਚਾਰ ਵਾਸਤੇ ਹੀ ਅਸੀਂ ਖਾਲਸ ਰਚਿਓ ਗ੍ਰੰਥ ਜਹ ਗੁਣ ਗਨ ਲੇਹੁ ਵਿਚਾਰ। ਇਹ ਭਾਈ ਅਸੀਂ ਸ਼ੁੱਧ ਗੁਰੂ ਮਹਾਰਾਜ ਦੀ ਉਸਤਤ ਦਾ ਗ੍ਰੰਥ ਜਿਹੜਾ ਇਤਿਹਾਸ ਦਾ ਰਚਿਆ, ਗੁਣੀ ਜਨ ਬੇਅੰਤ ਭਾਈ ਤੁਸੀਂ ਇਹ ਵਿਚਾਰ ਲਓ। ਸੰਮਤ 450 ਸ੍ਰੀ ਗੁਰੂ ਨਾਨਕ ਸ਼ਾਹੀ। ਇਹ ਹੁਣ ਤਰੀਕ ਲਿਖਦੇ ਆ ਕਿ ਸੰਮਤ 450 ਭਾਵ 450 ਸੰਮਤ ਕਿਹੜਾ ਸ੍ਰੀ ਗੁਰੂ ਨਾਨਕ ਸ਼ਾਹੀ, ਸ੍ਰੀ ਗੁਰੂ ਨਾਨਕ ਸ਼ਾਹੀ ਸੰਮਤ ਹੈ। ਸੁਧਾ ਸਰੋਵਰ ਮਹਿ ਛਪਿਓ ਕਤਕ ਪੁੰਨਿਆ ਮਾਹੀ। ਤੇ ਕਤਕ ਦੀ ਪੁੰਨਿਆ ਤੋਂ ਹੀ ਸ਼ੁਰੂ ਕੀਤਾ ਸੀ 45 ਨਾਨਕਸ਼ਾਹੀ 445 ਸੰਮਤ ਤੋਂ। ਕਹਿੰਦੇ ਭਾਈ ਪਹਿਲੀ ਵਾਰ ਇਹ ਫਿਰ ਸੁਧਾ ਸਰੋਵਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਉੱਥੇ ਇਹਨੂੰ ਛਪਾਇਆ ਗਿਆ ਕਤਕ ਪੁੰਨਿਆ ਮਾਹੇ। ਇਹ ਕਤਕ ਦੀ ਪੁੰਨਿਆ 450 ਨਾਨਕਸ਼ਾਹੀ ਸੰਮਤ ਨੂੰ ਛਪ ਕੇ ਗ੍ਰੰਥ ਤਿਆਰ ਹੋ ਗਿਆ ਸੀ। ਇਸ ਤਰ੍ਹਾਂ ਫਿਰ ਇਹ ਉਦੋਂ ਗਾਹਾਂ ਸਮੇਂ-ਸਮੇਂ ਤੇ ਬਾਰ-ਬਾਰ ਗ੍ਰੰਥ ਛਪਦਾ ਰਿਹਾ। ਤੇ ਸੰਤ ਨੈਣ ਪ੍ਰੇਮ ਸਿੰਘ ਜੀ ਬਾਰੇ ਉਸ ਸਮੇਂ ਇੱਕ ਬੜੇ ਵਿਦਵਾਨ ਹੋਏ ਨੇ ਗਿਆਨੀ ਹਰੀ ਸਿੰਘ ਜੀ। ਉਹਨਾਂ ਨੇ ਵੀ ਮੰਗਲਾਚਰਨ ਲਾ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਜੋ ਕਿਉਂਕਿ ਜਿਹੜਾ ਪੁਸਤਕ ਲਿਖਣ ਵਾਲਾ ਕਰਤਾ ਹੁੰਦਾ ਗ੍ਰੰਥ ਕਰਤਾ, ਉਹਦੇ ਬਾਰੇ ਹੋਰ ਜਾਣਕਾਰੀ ਹੋਵੇ, ਉਹ ਫਿਰ ਜਿਵੇਂ ਜਿਹੜਾ ਹੈ ਵਿਦਵਾਨ ਜਨਾਂ ਦੇ ਕੋਲੋਂ ਇਹ ਲਿਖਵਾਇਆ ਜਾਂਦਾ ਵੀ ਤੁਹਾਡੇ ਕੀ ਖਿਆਲ ਹੈ, ਜਾਂ ਜਿਹਨੇ ਕਿਸੇ ਨੇ ਸੋਧ ਕੀਤੀ ਹੁੰਦੀ ਹੈ। ਇਹਦੀ ਜਿਹੜੀ ਫਿਰ ਮੁੱਖ ਰੂਪ ਵਿੱਚ ਸੋਧ ਹੋਈ ਉਹ ਗਿਆਨੀ ਹਰੀ ਸਿੰਘ ਜੀ ਵਿਦਵਾਨ ਸੀ। ਉਹਨਾਂ ਨੇ ਉਹ ਲਿਖਦੇ ਆ ਵੀ ਇਹ ਬਹੁਤ ਭਾਈ ਇੱਕ ਤਾਂ ਚੰਗੀ ਗੱਲ ਪ੍ਰਗਟ ਹੈ ਕਿ ਜਿਹੜਾ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਜੋ 10 ਗੁਰੂ ਸਾਹਿਬਾਨ ਦਾ ਇਤਿਹਾਸ ਨਾਨਕ ਪ੍ਰਕਾਸ਼ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਇਹਦੇ ਛੰਦਾਬੰਦੀ ਵਿੱਚ ਰਚ ਕੇ ਬਹੁਤ ਵੱਡਾ ਪਰਉਪਕਾਰ ਕੀਤਾ। ਪਰੰਤੂ ਸ਼੍ਰੀਮਾਨ ਕਵੀ ਜੀ ਦੇ ਪ੍ਰਲੋਕ ਹੋਣ ਪਿੱਛੋਂ ਭਾਵ ਭਾਈ ਸੰਤੋਖ ਸਿੰਘ ਜੀ ਦੇ ਜਿਹੜਾ ਫਿਰ ਅਨਮਤੀਆਂ ਨੇ ਗੁਰਮਤ ਦੇ ਵਿਰੁੱਧ ਅਨੇਕਾਂ ਮਿਲਾਵਟਾਂ ਕਰਤੀਆਂ। ਫਿਰ ਗੁਰੂ ਹੁਕਮ ਦੇ ਨਾਲ ਸ਼੍ਰੀਮਾਨ ਪਰਮ ਪੂਜੈ ਸੰਤ ਨੈਣ ਬਾਬਾ ਪ੍ਰੇਮ ਸਿੰਘ ਜੀ ਨਰਿਆਬ ਜ਼ਿਲ੍ਹਾ ਕੋਹਾਟ, ਹੁਣ ਕਹਿੰਦੇ ਭਾਈ ਕਿਉਂਕਿ ਫਿਰ ਇਹ ਪਟਿਆਲੇ ਰਹਿਣ ਲੱਗ ਗਏ ਸੀ ਵੀ ਸ੍ਰੀ ਗੁਰੂ ਅੰਗਦ ਦਰਬਾਰ ਸਰਹੱਦੀ ਗੇਟ ਪਟਿਆਲਾ ਗੁਰੂ ਅੰਗਦ ਦੇਵ ਜੀ ਦੇ ਨਾਮ ਤੇ ਦਰਬਾਰ ਗੁਰਦੁਆਰਾ ਹੈ, ਉੱਥੇ ਇਹਨਾਂ ਨੇ ਰਿਹਾਇਸ਼ ਬਣਾਈ। ਇਉਂ ਕਹਿੰਦੇ ਭਾਈ ਪਿੱਛੇ ਪਹਿਲਾਂ ਆਪਣੇ ਨਗਰ ਨਰਿਆਬ ਬੈਠ ਕੇ ਕਰਕੇ ਲਗਾਤਾਰ 10-12 ਸਾਲ ਮਿਹਨਤ ਕਰਕੇ 10 ਗੁਰਾਂ ਦਾ ਪਵਿੱਤਰ ਇਤਿਹਾਸ ਛੰਦਾਬੰਦੀ ਦੇ ਵਿੱਚ ਗੁਰਮਤ ਦੇ ਅਨੁਸਾਰ ਬਹੁਤ ਸੋਹਣੇ ਢੰਗ ਨਾਲ ਲਿਖ ਕੇ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤਿਆਰ ਕੀਤਾ। ਤੇ ਪਹਿਲੀ ਵਾਰੀ ਫਿਰ ਇਹ 450 ਨਾਨਕਸ਼ਾਹੀ ਸੰਮਤ ਵਿੱਚ ਛਪਿਆ, ਫਿਰ ਅੱਗੇ 2-3-4 ਵਾਰੀ ਛਪਿਆ। ਔਰ ਇਹ ਜਿਹੜੀ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦੀ ਗਿਆਨੀ ਹਰੀ ਸਿੰਘ ਜੀ ਲਿਖਦੇ ਆ ਭਾਈ ਸਾਰੀ ਸੇਵਾ ਜਿਹੜੀ ਹੈ ਪ੍ਰੂਪ ਵੇਖਣ ਦੀ ਪ੍ਰਿਆ ਲਗਾਉਣ ਦੀ
ਇਹ ਕਹਿੰਦੇ ਜ਼ਿੰਮੇਵਾਰੀ ਜਿਹੜੀ ਸੀ ਇਹ ਬਲ ਹੈ ਨਹੀਂ ਸੀ ਮੇਰੇ ਵਿੱਚ, ਲੇਕਿਨ ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਵੀ ਮਹਾਰਾਜ ਤੁਸੀਂ ਹੁਣ ਆਪ ਹੀ ਸਹਾਈ ਹੋ ਕੇ ਕਾਰਜ ਨੂੰ ਸੰਪੂਰਨ ਕਰਿਓ। ਇਹਦੇ ਵਿੱਚ ਫਿਰ ਜਿਹੜੀ ਕੋਈ ਸਦਾਈ ਦੀ ਸੀ ਉਹ ਦਾਸ ਕੋਲੋਂ ਗਿਆਨੀ ਹਰੀ ਸਿੰਘ ਜੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਨੇ ਆਪ ਸੰਪੂਰਨ ਕਰਾਈ ਹੈ। ਔਰ ਨਾਲ ਹੀ ਉਹ ਧੰਨਵਾਦ ਕਰਦੇ ਹੈ ਵੀ ਜੋ ਪਰਮ ਪੂਜ ਸ੍ਰੀਮਾਨ ਕਵੀ ਸੰਤਰੇਣ ਬਾਬਾ ਪ੍ਰੇਮ ਸਿੰਘ ਜੀ, ਵੀ ਮੈਨੂੰ ਮੈਂ ਤਾਂ ਨਾ ਸਮਝ ਸੀ, ਉਹਨਾਂ ਨੇ ਵੱਡੀ ਦਾਤ ਕਰ ਨਵਾਜਿਆ, ਸੇਵਾ ਦਾ ਮਾਣ ਬਖਸ਼ਿਆ। ਜੋ ਬਾਬਾ ਪ੍ਰੇਮ ਸਿੰਘ ਜੀ, ਸੰਤਰੇਣ ਪ੍ਰੇਮ ਸਿੰਘ ਜੀ ਗੁਰੂ ਅੰਗਦ ਦੇ ਮਹਾਰਾਜ ਦੀ ਅੰਸ਼ ਬੰਸ ਵਿੱਚੋਂ ਨੇ। ਨਰਿਆਬ ਜ਼ਿਲ੍ਹਾ ਕੁਹਾਟ ਜਿੱਥੇ ਸੰਤਰੇਣ ਜੀ ਵਸਦੇ ਸੀ ਤੇ ਗਿਆਨੀ ਹਰੀ ਸਿੰਘ ਜੀ ਦਾ ਵੀ ਉਹੀ ਪਿੰਡ ਸੀ। ਇਸ ਕਰਕੇ ਉਹ ਕਹਿੰਦੇ ਅਸੀਂ ਇਹਨਾਂ ਨਾਲ ਬਹੁਤ ਸਮਾਂ ਗੁਜ਼ਾਰਿਆ ਤੇ ਛੋਟੀ ਉਮਰ ਤੋਂ ਬੜੇ ਦਾਨੀ, ਉਦਾਰ ਸੁਭਾਅ, ਪਾਠ ਪੂਜਾ ਕਰਨ ਬੜੇ ਪ੍ਰੇਮੀ ਨੇਮੀ ਸੀ। ਤੇ ਇਹਨਾਂ ਦੇ ਜਿਹੜੇ ਪਿਤਾ ਜੀ ਸਨ ਸ਼੍ਰੀਮਾਨ ਪਰਮ ਪੂਜਿਆ ਬਾਬਾ ਲਛਮਣ ਸਿੰਘ ਜੀ ਤਰੇਹਣ ਵੰਸ਼, ਉਹਨਾਂ ਨੇ ਇਹਨਾਂ ਨੂੰ ਧਾਰਮਿਕ ਵਿੱਦਿਆ ਵਾਸਤੇ ਫਿਰ ਸੰਪਰਦਾਈ ਟਕਸਾਲ ਗਿਆਨੀ ਅਮੀਰ ਸਿੰਘ ਜੀ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਵਾਸਤੇ ਅੰਮ੍ਰਿਤਸਰ ਭੇਜਤਾ ਔਰ ਹੋਰ ਵੀ ਗ੍ਰੰਥ ਪੜ੍ਹੇ। ਔਰ ਸ਼੍ਰੀਮਾਨ ਪਰਮ ਪੂਜ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ, ਉਹਨਾਂ ਤੋਂ ਅੰਮ੍ਰਿਤ ਪਾਨ ਕੀਤਾ ਤੇ ਸੰਤ ਅਤਰ ਸਿੰਘ ਜੀ ਕਹਿਣ ਲੱਗੇ ਵੀ ਪ੍ਰੇਮ ਸਿੰਘ ਜੇ ਸਿੱਖੀ ਦਾ ਪ੍ਰਚਾਰ ਕਰਨਾ ਤਾਂ ਭਾਈ ਆਪ ਕਮਾਈ ਕਰਨੀ ਹੈ, ਪਹਿਲਾਂ ਅੰਮ੍ਰਿਤ ਵੇਲੇ ਉੱਠਣਾ, ਬੰਦਗੀ, ਨਿਤਨੇਮ, ਸੇਵਾ, ਸਿਮਰਨ। ਇਸ ਤਰ੍ਹਾਂ ਕਹਿੰਦੇ ਭਾਈ ਫਿਰ ਉਹ ਨਿਯਮ ਨਾਲ ਉੱਠਦੇ, ਇਸ਼ਨਾਨ ਕਰਕੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਦੇ। ਫਿਰ ਸਾਰੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਵੀ ਕੀਤਾ ਔਰ ਬੇਅੰਤ ਲੋਕਾਂ ਨੂੰ ਅੰਮ੍ਰਿਤ ਦੀ ਦਾਤ ਜਿਹੜੀ ਹੈ ਸਿੰਘਾਂ ਸਿੰਘਣੀਆਂ ਨੂੰ ਛਕਾਈ ਤੇ ਬਹੁਤ ਸਹਿਜ ਧਾਰੀਆਂ ਨੂੰ ਵੀ ਸੰਤਰੇਣ ਪ੍ਰੇਮ ਸਿੰਘ ਜੀ ਨੇ ਸਿੰਘ ਸਜਾਇਆ। ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਅੰਮ੍ਰਿਤ ਦੀ ਦਾਤ। ਔਰ ਵੱਡੀ ਗੱਲ ਇਹ ਸੀ ਕਿ ਜੋ ਵੀ ਉਹਨਾਂ ਸਮਿਆਂ ਦੇ ਵਿੱਚ ਇਹ ਇਸ ਤਰ੍ਹਾਂ ਹੁੰਦਾ ਸੀ, ਪੁਰਾਣੇ ਸਮੇਂ ਵਿੱਚ ਲੜਕੀਆਂ ਵਿਆਹੁਣ ਵਾਲੇ ਮਾਤਾ ਪਿਤਾ ਪਹਿਲਾਂ ਰਿਵਾਜ ਹੁੰਦਾ ਸੀ ਪੈਸੇ ਲੈ ਲੈਂਦੇ ਸੀ। ਤੇ ਬਾਬਾ ਪ੍ਰੇਮ ਸਿੰਘ ਜੀ, ਇਹ ਸੰਤਰੇਣ ਪ੍ਰੇਮ ਸਿੰਘ ਜੀ, ਹੁਣ ਇੱਕ ਗੱਲ ਉਹ ਸੁਭਾਇਕ ਹੈ ਕਿ ਜਿੱਥੇ ਬਾਬਾ ਪ੍ਰੇਮ ਸਿੰਘ ਜੀ, ਉਹ ਬਾਬਾ ਪ੍ਰੇਮ ਸਿੰਘ ਬੇਦੀ ਨਾਲ, ਇਹਨਾਂ ਨਾਲ ਸੰਤਰੇਣ ਪ੍ਰੇਮ ਸਿੰਘ ਸ਼ਬਦ ਲਾਉਣ ਦੀ ਕੋਸ਼ਿਸ਼ ਆਪਾਂ ਕਰਨੀ ਆ ਤਾਂ ਕਿ ਫਿਰ ਥੋੜਾ ਸਮਝਣ ਚ ਗੱਲ ਬਣੀ ਰਹੂ, ਕਿਉਂਕਿ ਦੋ ਪ੍ਰੇਮ ਸਿੰਘ ਦਾ ਜ਼ਿਕਰ ਪਹਿਲਾਂ ਹੋਣਾ ਹੈ। ਇਹਨਾਂ ਨੇ ਕਹਿਣਾ ਭਾਈ ਮੈਂ ਅੰਨ ਪਾਣੀ ਤਾਂ ਤੁਹਾਡਾ ਸਵੀਕਾਰ ਕਰੂੰ, ਕਿਸੇ ਧੀ ਦਾ ਤੁਸੀਂ ਪੈਸਾ ਨਹੀਂ ਲਓਗੇ। ਤੇ ਗੁਰੂ ਦੀ ਹਜ਼ੂਰੀ ਪੰਚਾਇਤ ਵਿੱਚ ਬਕਾਇਦਾ ਪਰਨ ਲੈ ਕੇ ਇਸ ਤਰ੍ਹਾਂ ਲੋਕਾਂ ਨੂੰ ਰੋਕਿਆ, ਬਹੁਤ ਸੇਵਾ ਕੀਤੀ, ਜਿਹਨੂੰ ਗਿਆਨੀ ਹਰੀ ਸਿੰਘ ਜੀ ਕਹਿੰਦੇ ਵੀ ਸੰਤਰੇਣ ਪ੍ਰੇਮ ਸਿੰਘ ਜੀ ਦੀ ਇਹ ਸੇਵਾ ਨੂੰ ਲੋਕ ਭੁੱਲ ਨਹੀਂ ਸਕਦੇ। ਤੇ ਫਿਰ ਇਹ ਪਟਿਆਲੇ ਰਹਿਣ ਲੱਗ ਗਏ। ਗੁਰਦੁਆਰਾ ਸਾਹਿਬ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੇ ਨਾਮ ਤੇ ਬਣਾਇਆ, ਅਟੁੱਟ ਲੰਗਰ ਚਲਾਇਆ। ਇਸ ਤਰ੍ਹਾਂ ਕਹਿੰਦੇ ਭਾਈ ਅਸੀਂ ਵੀ ਇਹਨਾਂ ਨਾਲ ਰਹਿ ਕੇ ਇਹਨਾਂ ਤੋਂ ਵਿੱਦਿਆ ਪ੍ਰਾਪਤ ਕੀਤੀ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਫਿਰ ਇਹ ਸ੍ਰੀ ਗੁਰਪੁਰ ਪ੍ਰਕਾਸ਼ ਦੇ ਪ੍ਰੂਫ ਵੇਖੇ। ਇਸ ਤਰ੍ਹਾਂ ਕਹਿੰਦੇ ਭਾਈ ਇਹ ਜਿਹੜਾ ਹੈ ਗ੍ਰੰਥ ਛਪ ਗਿਆ। ਤੇ ਉਹਨਾਂ ਸਮਿਆਂ ਵਿੱਚ ਇੱਕ ਵਿਦਵਾਨ ਹੋਏ ਨੇ ਗਿਆਨੀ ਅਜਮੇਰ ਸਿੰਘ ਜੀ ਸਾਗਰ ਅੰਮ੍ਰਿਤਸਰ, ਉਹਨਾਂ ਨੇ ਵੀ ਮਹਿਮਾ ਲਿਖੀ, ਕਵੀ ਦੀ ਵੀ ਮਹਿਮਾ ਕਿ ਜਿਹਦੇ ਤੇ ਏਡੀ ਕਿਰਪਾ ਹੋਈ, ਜਿਨ੍ਹਾਂ ਨੇ ਇਤਿਹਾਸ ਲਿਖਿਆ। ਲਿਖਦੇ ਨੇ ਪ੍ਰੇਮ ਹਰੀ ਬੰਸਪੁਰ ਮੈਂ ਜਾਵਾਂ ਬਲਿਹਾਰ। ਇਹ ਬਾਬਾ ਪ੍ਰੇਮ ਸਿੰਘ ਜੀ ਦੀ ਪਹਿਲਾਂ ਤਾਂ ਮੈਂ ਬੰਸ ਤੋਂ ਹੀ ਬਲਿਹਾਰ ਜਾਂਦਾ। ਗੁਰ ਸਿੰਘਨ ਕੇ ਵਾਸਤੇ ਬੜਾ ਕੀ ਉਪਕਾਰ, ਪ੍ਰੇਮ ਹਰੀ ਕਾਵ ਕਾ ਬੀਨ ਬੀਨ ਪ੍ਰਕਾਸ਼, ਕੀਓ ਹਰੀ ਮਰਗੇਸ਼ ਨੇ ਸੰਸੇ ਕਰੇ ਵਿਨਾਸ਼।
ਗੁਰ ਸਿੱਖਣ ਕੇ ਵਾਸਤੇ ਗੁਰ ਅੰਮ੍ਰਿਤ ਪ੍ਰਵਾਹ, ਜਿਸ ਕਿਸ ਕੋ ਸੰਸਾ ਪਰਾ ਦੇਹ ਗਿਆਨ ਕਰਦਾ। ਜੇ ਕਿਸੇ 'ਚ ਸੰਸਾ ਵੀ ਹੋਇਆ, ਉਹ ਭਾਈ ਗਿਆਨ ਨਾਲ ਨਾਸ਼ ਕਰਤਾ। ਗੁਰ ਪੂਰਬ ਪ੍ਰਕਾਸ਼ ਕਾ ਮਥਨ ਕਰਿਓ ਸੁਖ ਕੰਦ, ਜੋ ਗੁਰ ਸਿੱਖ ਇਸ ਪੜ੍ਹੇਗਾ ਸਦਾ ਰਹੇ ਉਸ ਆਨੰਦ। ਉਹਨੂੰ ਆਨੰਦ ਰਹੂ। ਗੁਰ ਸਿੱਖਣ ਕੇ ਵਾਸਤੇ ਕਰੀ ਕਿਰਪਾ ਕਿਰਪਾਲ, ਕਰੀ ਹਰੀ ਮਰਗੇਸ਼ ਪਰ ਸਤਿਗੁਰ ਹੋਏ ਦਿਆਲ। ਕਠਨ ਸ਼ਬਦ ਗੁਰ ਪੁਰਬ ਕੇ ਸਭ ਲਾਏ ਪ੍ਰਿਆ, ਗੁਰ ਕਿਰਪਾ ਮਰਗੇਸ਼ ਹਰ ਬੜੀ ਕਰੀ ਇਸ ਦਇਆ। ਗੁਰ ਸੇਵਾ ਗੁਰ ਪੰਥ ਕੀ ਜਿਸ ਪਰ ਗੁਰੂ ਦਿਆਲ, ਕਰ ਨੈਣ ਸਭ ਸਫਲ ਹੈ ਸੇਵਾ ਕਰੀ ਕਮਾਲ। ਇਹ ਸੋਰਠਾ ਲਿਖਦੇ ਨੇ, ਤ੍ਰੇਹਣ ਕੁਲ ਅੰਗਦ ਗੁਰੂ ਤਿਸ ਕੁਲ ਮੈਂ ਪ੍ਰਕਾਸ਼, ਤਲ ਹੰਗੂ ਕੋਹਾਟਪੁਰ ਕਰੇ ਨਰਿਆਵ ਨਿਵਾਸ। ਨਰਿਆਵ ਨਗਰ ਸੀ। ਕਰਤ ਵਿਰਤ ਨਿਜ ਕਰਦੇ ਰਹੇ, ਕਿਰਤ ਵਿਰਤ ਨਿਜ ਕਰਦੇ ਰਹੇ, ਸੇਵਾ ਕਰੀ ਮਹਾਨ, ਸ੍ਰੀ ਗੁਰਪੁਰ ਪ੍ਰਕਾਸ਼ ਕੀ ਪ੍ਰਗਟ ਭਈ ਜਹਾਨ। ਸੰਤ ਨਿਰਮਲ ਭੇਸ਼ ਆਸ਼ਰਮ ਅੰਮ੍ਰਿਤਸਰ ਵਿਖੇ, ਕਵੀ ਅਜਮੇਰ ਮਰਗੇਸ਼ ਸਾਗਰ ਸਗਿਆ ਜਾਨੀਏ। ਸਾਗਰ ਸਾਡੀ ਸੰਗਿਆ ਹੈ। ਪਿੱਛੇ ਜਿਵੇਂ ਕੋਈ ਅੱਲ ਲਾ ਲੈਂਦੇ ਆ, ਕਹਿੰਦੇ ਭਾਈ ਮੈਂ ਕਵੀ ਅਜਮੇਰ ਸਿੰਘ ਨਿਰਮਲ ਭੇਸ਼ ਦੇ ਵਿੱਚ ਅੰਮ੍ਰਿਤਸਰ ਆਸ਼ਰਮ ਦੇ ਵਿੱਚ ਰਹਿਣਾ। ਤੇ ਇਸ ਤਰ੍ਹਾਂ ਕਹਿੰਦੇ ਭਾਈ ਅਸੀਂ ਇਹਨਾਂ ਦੀ ਉਪਮਾ ਵਿੱਚ 4 ਲਾਈਨਾਂ ਲਿਖੀਆਂ ਨੇ। ਤੇ ਉਹ ਫਿਰ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਜਿਨ੍ਹਾਂ ਨੇ ਇਹ ਗ੍ਰੰਥ ਲਿਖਿਆ। ਤੇ ਇੱਥੋਂ ਹੁਣ ਅੱਗੇ ਜੋ ਹੈ ਭਾਈ, ਇੱਥੇ ਤੱਕ ਭੂਮਿਕਾ ਲਿਖ ਕੇ ਹੁਣ ਗ੍ਰੰਥ ਦੀ ਆਰੰਭਤਾ ਮੰਗਲ ਰੂਪ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਦੁੱਤੀ ਬ੍ਰਹਮ ਦਵੈ ਸਰੂਪ ਹੈ, ਓੰਕਾਰ ਸਭ ਦਾ ਪ੍ਰਕਾਸ਼ਕ ਹੈ, ਸਤ ਸਰੂਪ ਹੈ, ਗੁਰ ਚੇਤਨ ਹੈ, ਪ੍ਰਸਾਦ ਕਿਰਪਾ ਆਨੰਦ ਸਰੂਪ ਹੈ। ਆਥ ਤਤ ਕਰਾ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਕਾ ਲਿਖਿਆ। ਤੇ ਹੁਣ ਕਹਿੰਦੇ ਪਹਿਲਾਂ ਅਸੀਂ ਤਤਕਰਾ ਲਿਖਦੇ ਹਾਂ ਸ੍ਰੀ ਗੁਰਪੁਰ ਪ੍ਰਕਾਸ਼ ਦਾ, ਫਿਰ ਸਾਰਾ ਤਤਕਰਾ ਲਿਖਿਆ ਵੀ ਪਹਿਲੇ ਮਹੱਲੇ 'ਚ ਕਿਹੜੀਆਂ ਸਾਖੀਆਂ, ਦੂਜੇ ਗੁਰੂ ਅੰਗਦ ਦੇਵ ਦੂਜੇ ਮਹੱਲੇ 'ਚ ਕਿਹੜੀਆਂ ਨੇ। ਹੁਣ ਉਹਨੂੰ ਆਪਾਂ ਇੱਥੇ ਕਥਾ ਦੇ ਰੂਪ ਵਿੱਚ ਜਿਹੜਾ ਹੈ ਉਹ ਨਹੀਂ, ਕਿਉਂਕਿ ਪਹਿਲੇ ਭਾਗ ਦੇ ਵਿੱਚ ਇਹ ਗੁਰਮੁਖੋ 2 ਗੁਰੂ ਸਾਹਿਬਾਨ ਦਾ ਇਤਿਹਾਸ ਹੈ। ਸ੍ਰੀ ਅਕਾਲ ਜੀ ਸਹਾਇ, ਜੋ ਭਾਈ ਸਭ ਤੋਂ ਸ਼੍ਰੋਮਣੀ ਹੈ, ਮਾਇਆਪਤੀ ਅਕਾਲ ਪੁਰਖ ਵਾਹਿਗੁਰੂ ਜੀ, ਉਹਨਾਂ ਦਾ ਮੰਗਲ ਕਰਦੇ ਆ ਕਿ ਉਹ ਸਹਾਈ ਹੋਣ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਸੁਭਾਏ ਮਨ ਸ਼੍ਰੋਮਣੀ ਵਾਹਿਗੁਰੂ ਜੀ, ਉਹਨਾਂ ਦੀ ਕਿਰਪਾ ਹੀ ਹੈ, ਉਹਨਾਂ ਦੀ ਕਿਰਪਾ ਦੁਆਰਾ ਹੀ ਸਾਰੀ ਫਤਿਹ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਜੋ ਇੱਕ ਅਦੁੱਤੀ ਬ੍ਰਹਮ ਸਭ ਦਾ ਪ੍ਰਕਾਸ਼ਕ ਹੈ, ਸਤਿਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੈ। ਆਥ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਹੁਣ ਕਹਿੰਦੇ ਭਾਈ ਇਹ ਸ੍ਰੀ ਗੁਰਪੁਰ ਪ੍ਰਕਾਸ਼ ਜੋ ਗ੍ਰੰਥ ਹੈ ਉਹ ਲਿਖਦੇ ਹਾਂ। ਪ੍ਰਥਮ ਮਹੱਲੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਕੀ ਕਥਾ ਪ੍ਰਿਅੰਭਤੇ। ਜੋ ਭਾਈ ਹੁਣ ਪਹਿਲਾ ਮਹੱਲਾ, ਜਿਵੇਂ ਇਹਨਾਂ ਨੇ 10 ਮਹੱਲੇ ਬਣਾਏ ਨਾ, ਅੱਗੇ ਮਹੱਲਿਆਂ ਦੇ ਵਿੱਚ ਘਰ ਹੋ ਗਏ, ਵੀ ਪਹਿਲੇ ਪ੍ਰਥਮ ਮਹੱਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਸੀਂ ਪਹਿਲੇ ਮਹੱਲੇ ਵਿੱਚ ਇਹ ਕਥਾ ਪ੍ਰਿਅੰਭਤੇ ਪ੍ਰਾਰੰਭ ਕਰਦੇ ਹਾਂ। ਦੋਹਰਾ ਸ੍ਰੀ ਸਤਨਾਮ ਵਾਹਿਗੁਰੂ ਪੁਰਖ ਅਕਾਰ ਦਿਆਰ। ਜੋ ਭਾਈ ਸ੍ਰੀ ਸੁਭਾਏਮਾਨ ਸ਼੍ਰੋਮਣੀ, ਜੋ ਮਾਇਆਪਤੀ ਸਤਨਾਮ, ਜੋ ਸਦੀਵੀ ਸਤ ਹੈ, ਹੋਂਦ ਵਾਲਾ ਹੈ, ਨਾਮ ਨਾਮਣੇ ਵਾਲਾ ਪ੍ਰਸਿੱਧ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਪੁਰਖ ਸਾਰਿਆਂ ਵਿੱਚ ਵਸਿਆ ਹੋਇਆ ਆਕਾਰ ਦਿਆਰ। ਜੋ ਭਾਈ ਇਸ ਤਰ੍ਹਾਂ ਅਕਾਲ ਪੁਰਖ ਸਰੂਪ ਹੈ, ਆਕਾਰ ਹੈ ਤੇ ਸਭ ਤੇ ਦਿਆਲਤਾ ਕਰਨ ਵਾਲਾ ਹੈ।
ਜਾਹੇ ਜਪੇ ਬਿਗਨਨ ਉਧਦ ਹੋਤ ਸਹਿਲ ਹੀ ਪਾਰ। ਜਿਸ ਵਾਹਿਗੁਰੂ ਪਰਮੇਸ਼ਰ ਦੇ ਜਪਣ ਨਾਲ ਜਿੰਨੇ ਵੀ ਬਿਗਨ ਹਨ, ਇਹ ਬਿਗਨਾਂ ਰੂਪੀ ਉਧਦ ਕਹਿੰਦੇ ਨੇ ਸਮੁੰਦਰ ਨੂੰ, ਇਹ ਬਿਗਨਾਂ ਰੂਪੀ ਸਮੁੰਦਰ ਤੋਂ ਭਾਈ ਸੌਖਿਆਂ ਹੀ ਪਾਰ ਹੋ ਜਾਈਦਾ ਹੈ। ਗੀਆ ਮਾਲਤੀ ਛੰਦ, ਇਹ ਛੰਦ ਦਾ ਨਾਂ ਹੈ ਗੀਆ ਮਾਲਤੀ। ਸ੍ਰੀ ਸਤਿਗੁਰੂ ਨਾਨਕ ਪ੍ਰਭੂ ਪਦ ਜਲਜ ਕਉ ਪ੍ਰਣਾਮ ਹੋ। ਹੁਣ ਅਕਾਲ ਪੁਰਖ ਪਰਮੇਸ਼ਰ ਦਾ ਮੰਗਲ ਕਰਕੇ 10 ਪਾਤਸ਼ਾਹੀਆਂ ਦਾ ਮੰਗਲ ਕਰਨਗੇ ਵੀ ਸ੍ਰੀ ਸਤਿਗੁਰੂ ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਰਮੇਸ਼ਰ ਸਰੂਪ। ਉਹਨਾਂ ਦੇ ਕਹਿੰਦੇ ਭਾਈ ਪਾਦ ਨਾਮ ਚਰਨਾਂ ਦਾ, ਜਲਜ ਨਾਮ ਹੈ ਕਮਲ ਦਾ। ਪਦ ਜਲਜ ਚਰਨਾ ਕਮਲਾਂ ਕਉ ਪ੍ਰਣਾਮ, ਉਹਨਾਂ ਤੇ ਭਾਵ ਗੁਰੂ ਨਾਨਕ ਦੇਵ ਜੀ ਦੇ ਚਰਨਾ ਕਮਲਾਂ ਤੇ ਪ੍ਰਣਾਮ ਕਰਦਾ ਹਾਂ। ਅੰਗਦ ਗੁਰੂ ਸ੍ਰੀ ਅੰਗ ਸੰਗ ਹੈ, ਪਦ ਹੈ ਬੰਦਤ ਧਾਮ ਹੋ। ਤੇ ਗੁਰੂ ਅੰਗਦ ਦੇ ਮਹਾਰਾਜ ਜੋ ਭਾਈ ਸ਼੍ਰੋਮਣੀ ਸੁਭਾਏਮਾਨ ਸਤਿਗੁਰੂ ਦੂਜੇ ਪਾਤਸ਼ਾਹ, ਜਿਹੜੇ ਕਹਿੰਦੇ ਭਾਈ ਸਦਾ ਸਾਡੇ ਅੰਗ ਸੰਗ ਨੇ, ਪਦ ਹੈ ਬੰਦਤ ਧਾਮ, ਉਹਨਾਂ ਦੇ ਵੀ ਚਰਨਾਂ ਤੇ ਬੰਦਨਾ ਕਰਦਾ ਹਾਂ। ਅਮਰ ਗੁਰ ਸ੍ਰੀ ਅਮਰ ਕਰ ਹੈ, ਨਾਮ ਲੈ ਤਰ ਜਾਮ ਹੋ। ਤੇ ਅੱਗੇ ਭਾਈ ਅਮਰ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੋ ਸਭ ਨੂੰ ਅਮਰ ਕਰ ਦੇਣ ਵਾਲੇ ਹੈ, ਉਹਨਾਂ ਦਾ ਨਾਮ ਲੈ ਕੇ ਤਰ ਜਾਮ ਹੋ। ਜਮਾਂ ਤੋਂ ਤਰ ਜਾਈਦਾ, ਬਚ ਜਾਈਦਾ ਹੈ। ਗੁਰੂ ਰਾਮਦਾਸ ਜੋ ਦਾਸ ਰੱਖਿਅਕ, ਚਰਨ ਤਾਂ ਕੀ ਸਾਮ ਹੋ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੋ ਕਹਿੰਦੇ ਭਾਈ ਦਾਸ ਦੇ ਰੱਖਿਅਕ ਹੈ, ਉਹਨਾਂ ਦੇ ਚਰਨਾਂ ਦੀ ਸ਼ਾਮ ਕਹੀਏ ਸ਼ਰਨ ਵਿੱਚ ਹਾਂ। ਅਰਜਨ ਗੁਰੂ ਜੀ ਅਰਜ ਭ੍ਰਿਤ ਕੀ ਰਸਨਾ ਬਾਸਾ ਕੀਜੀਏ। ਅਰਜਨ ਗੁਰੂ ਜੀ ਅਰਜ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ, ਇਹ ਤੁਹਾਡੀ ਅੱਗੇ ਸਾਡੀ ਅਰਜ ਬੇਨਤੀ ਇਹ ਭ੍ਰਿਤ ਕੀ ਰਸਨ ਬਾਸਾ ਕੀਜੀਏ। ਭ੍ਰਿਤ ਨਾਮ ਦਾਸ ਦਾ ਵੀ ਕਿਰਪਾ ਕਰੋ, ਮੈਂ ਤੁਹਾਡਾ ਦਾਸ ਹਾਂ, ਦਾਸ ਦੀ ਰਸਨਾ ਤੇ ਤੁਸੀਂ ਆਪ ਹੀ ਵਾਸਾ ਕਰੋ। ਸ੍ਰੀ ਹਰਿ ਗੋਬਿੰਦ ਜੀ ਹਰੋ ਬਿਘਨਨ ਗ੍ਰੰਥ ਪੂਰ ਕਰੀਜੀਏ। ਛੇਵੇਂ ਪਾਤਸ਼ਾਹ ਸੁਭਾਏਮਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਹਰੋ ਬਿਘਨਨ, ਕਿਰਪਾ ਕਰੋ ਬਿਘਨਾਂ ਦਾ ਨਾਸ਼ ਕਰ ਦਿਓ, ਗ੍ਰੰਥ ਪੂਰ ਕਰੀਜੀਏ। ਤੇ ਆਪ ਹੀ ਇਸ ਗ੍ਰੰਥ ਨੂੰ ਤੁਸੀਂ ਸੰਪੂਰਨ ਕਰਾ ਲਓ। ਹਰ ਰਾਏ ਗੁਰ ਹਰ, ਹਰ ਰਾਏ ਗੁਰ ਹਰ ਮਤੀ ਦੁਰ ਕੋ, ਸ਼ੁਭ ਮਨੀਖਾ ਦੀਜੀਏ। ਸਤਵੇਂ ਪਾਤਸ਼ਾਹ ਬੇਨਤੀ ਕਰਦੇ ਵੀ ਹੈ ਸਤਿਗੁਰੂ ਹਰ ਰਾਏ ਜੀ, ਹਰ ਰਾਏ ਗੁਰ ਹਰ ਮਤੀ ਦੁਰ ਕੋ, ਕਿਰਪਾ ਕਰਕੇ ਸਾਡੀ ਜਿਹੜੀ ਖੋਟੀ ਮਤ ਹੈ ਉਹਦਾ ਤੁਸੀਂ ਹਰ ਨਾ ਕਰ ਦਿਓ, ਨਾਸ਼ ਕਰ ਦਿਓ। ਸ਼ੁਭ ਮਨੀਖਾ ਦੀਜੀਏ, ਤੇ ਕਿਰਪਾ ਕਰਕੇ ਸ਼ੁਭ ਬੁੱਧੀ ਦੀ ਬਖਸ਼ਿਸ਼ ਕਰੋ। ਹਰ ਕ੍ਰਿਸ਼ਨ ਗੁਰ ਤ੍ਰਿਸ਼ਨਾ ਹੈ ਜਨ ਕੀ, ਜਸ ਹੈ ਰਾਵਰ ਕੀਜੀਏ। ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ, ਵੀ ਤ੍ਰਿਸ਼ਨਾ ਹੈ ਜਨ ਕੀ, ਮੈਂ ਤੁਹਾਡਾ ਸੇਵਕ ਹਾਂ, ਮੇਰੀ ਤ੍ਰਿਸ਼ਨਾ ਮੇਰੀ ਇੱਛਾ ਇਹੀ ਹੈ। ਜਸ ਹੈ ਰਾਵਰ ਕੀਜੀਏ, ਜਾਂ ਤ੍ਰਿਸ਼ਨਾ ਹੈ ਸਾਡੀ ਜਿਹੜੀ ਤ੍ਰਿਸ਼ਨਾ ਇੱਛਾ ਹੈ, ਜਸ ਹੈ ਜਿਵੇਂ ਵੀ ਤੁਹਾਡੀ ਦਇਆ ਮਿਹਰ ਹੈ, ਰਜਾ ਹੈ, ਤੁਸੀਂ ਕਿਰਪਾ ਕਰਕੇ ਉਸੇ ਤਰ੍ਹਾਂ ਪੂਰੀ ਕਰ ਦੇਵੋ ਜੀ।
ਤ੍ਰਿਸ਼ਨਾ ਕੀ ਹੈ ਗ੍ਰੰਥ ਰਚਨ ਦੀ। ਸ੍ਰੀ ਗੁਰ ਬਹਾਦਰ ਤੇਗ ਕੇ ਸਮ ਤੇਗ ਕੇ ਬਾਣੀ ਕਰੋ। ਫਿਰ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇਗ ਕੇ ਸਮ, ਇਹ ਤੁਸੀਂ ਤਲਵਾਰ ਦੇ ਵਾਂਗੂ ਹੋ, ਕਿਰਪਾ ਕਰਕੇ ਤੇਗ ਕੇ ਬਾਣੀ ਕਰੋ ਜਾਂ ਸਮ ਤੇਗ ਕੇ ਬਾਣੀ ਕਰੋ। ਸ੍ਰੀ ਗੁਰੂ ਬਹਾਦਰ ਤੇਗ ਕੇ, ਵੀ ਸ੍ਰੀ ਗੁਰੂ ਤੇਗ ਦੇ ਬਹਾਦਰ ਤੇਗ ਬਹਾਦਰ ਪਾਤਸ਼ਾਹ ਜੀ ਸਮ ਤੇਗ ਕੇ ਬਾਣੀ ਕਰੋ। ਕਿ ਮੇਰੇ ਜਿਹੜੀ ਬਾਣੀ ਹੈ, ਬੋਲ ਹੈ, ਉਹਨੂੰ ਤਲਵਾਰ ਵਾਂਗੂ ਕਰ ਦਿਓ। ਭਾਵ ਵੀ ਜਿਵੇਂ ਆਪਾਂ ਕਹਿੰਦੇ ਵੀ ਇਹਦੀ ਜ਼ੁਬਾਨ ਕੈਂਚੀ ਨੂੰ ਚੱਲਦੀ ਹੈ, ਵੀ ਇਉਂ ਮੈਂ ਉਚਾਰੀ ਚੱਲਾਂ ਤੇ ਲਿਖਾਈ ਚੱਲਾਂ ਇਤਿਹਾਸ। ਇਸ ਕਰਕੇ ਤੇਗ ਤਲਵਾਰ ਵਾਂਗੂ ਮੇਰੀ ਬਾਣੀ ਕਰ ਦੇਵੋ। ਦਸਮੇਸ਼ ਸ੍ਰੀ ਗੋਬਿੰਦ ਸਿੰਘ ਗੁਰ ਸੀਸ ਮਮ ਪਰ ਕਰ ਧਰੋ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਿਰਪਾ ਕਰੋ ਤੁਸੀਂ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ ਜੀ। ਗੁਰ ਦਸੋਂ ਕੇਰ ਸਰੂਪ ਸ੍ਰੀ ਗੁਰ ਗ੍ਰੰਥ ਸਾਹਿਬ ਗੁਰਵਰੋ। ਇਹ 10 ਗੁਰੂਆਂ ਦੇ ਪਾਵਨਾਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਵਰੋ, ਜੋ ਮਹਾਨ ਗੁਰਵਰੋ, ਮਹਾਨ ਵੱਡੇ ਗੁਰੂ ਵਰ ਸ੍ਰੇਸ਼ਟ ਗੁਰੂ ਗ੍ਰੰਥ ਸਾਹਿਬ ਜੀ। ਅਭਿਬੰਧ ਹੋ ਸੰਤ ਰੇਣ ਕੀ, ਬਾਰ ਦੇਹੋ ਗੁਣ ਕੋ ਹੌਰਰੋ। ਇਹ ਮੈਂ ਅਭਿਬੰਧ ਹਾਂ, ਅਭਿਬੰਧਨਾ ਕਹਿੰਦੇ ਐ ਹਿਰਦੇ ਨਾਲ। ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਅੱਗੇ ਮੈਂ ਧੁਰ ਹਿਰਦੇ ਤੋਂ ਹੁਣ ਬੰਦਨਾ ਕਰਦਾ। ਅਭਿਬੰਧ ਹੋ ਸੰਤ ਰੇਣ ਕੀ, ਭਾਵ ਮੈਂ ਸੰਤ ਰੇਣ, ਸੰਤਾਂ ਦੀ ਰੇਣ, ਚਰਨ ਧੂੜ ਪ੍ਰੇਮ ਸਿੰਘ ਦੀ ਤੁਹਾਨੂੰ ਬੰਦਨਾ ਹੈ ਹਿਰਦੇ ਤੋਂ। ਗੁਰੂ ਗ੍ਰੰਥ ਸਾਹਿਬ ਜੀ ਬਰ ਦੇਹੋ, ਮੈਨੂੰ ਬਰ ਦਿਓ। ਗੁਣ ਕੋ ਹੌਰਰੋਂ, ਜੋ ਮੈਂ 10 ਪਾਤਸ਼ਾਹੀਆਂ ਤੁਹਾਡੇ ਸਰੂਪ ਦੇ ਗੁਣਾਂ ਨੂੰ ਰਰੋਂ ਉਚਾਰਨ ਕਰ ਸਕਾਂ। ਦੋਹਰਾ ਸ਼ਬਦ ਗੁਰੂ ਜੋ ਦਿਆਲ, ਹਰ ਬੰਦੋਂ ਬਾਰੰਬਾਰ। ਸ਼ਬਦ ਗੁਰੂ ਜੋ ਭਾਈ ਦਿਆਲ, ਹਰ ਦਿਆਲੂ ਸਰੂਪ ਹਰੀ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਬਾਣੀ। ਬੰਦੋਂ ਬਾਰੰਬਾਰ, ਬਾਰ-ਬਾਰ ਬੰਦਨਾ ਕਰਦਾ ਹਾਂ। ਬਰਨ ਸੁਧਾ ਕੇ ਗੁਰ ਕਿਰਪਾਲ, ਹਰ ਹਰ ਪ੍ਰੇਮ ਜੁਹਾਰ। ਬਰਨ ਸੁਧਾ ਕੇ, ਜੋ ਗੁਰੂ ਕਿਰਪਾਲੂ ਦੇ ਜਿਹੜੇ ਬਚਨ ਹੈ ਅੰਮ੍ਰਿਤ ਵਰਗੇ ਹੈ। ਹਰ ਹਰ ਪ੍ਰੇਮ ਜੁਹਾਰ, ਮੈਂ ਹਰੀ ਪਰਮੇਸ਼ਰ ਅੱਗੇ ਹਰ ਪ੍ਰੇਮ, ਪ੍ਰੇਮ ਸਿੰਘ ਜੁਹਾਰ ਨਮਸਕਾਰ ਕਰਦਾ। ਸੋਰਠਾ, ਇਹ ਜਿਹੜਾ ਦੋਹਰੇ ਦਾ ਰੂਪ ਹੀ ਹੁੰਦਾ ਸੋਰਠਾ। ਭਾਵ ਜਿਵੇਂ ਤੁਕ ਦੋਹਰੇ ਦੀ ਹੋ ਗਈ, ਉਹ ਪਹਿਲੀ ਅੱਧੀ ਤੁਕ ਨੂੰ ਪਿੱਛੇ ਲਿਖ ਦੇਣਾ ਤੇ ਪਿਛਲੀ ਅੱਧੀ ਨੂੰ ਅੱਗੇ ਲਿਖ ਦੇਣਾ, ਇਹਨੂੰ ਸੋਰਠਾ ਬਣ ਜਾਂਦਾ ਹੈ। ਸਿੱਖ ਸੰਤ ਹੈ ਜੋਏ, ਸਭ ਗੁਰ ਅੰਸ਼ ਸਥਾਨ ਗੁਰ। ਹੁਣ ਅੱਗੇ ਨਮਸਕਾਰ ਮੰਗਲ ਕਰਦੇ ਆ ਕਿ ਜਿੰਨੇ ਵੀ ਭਾਈ ਗੁਰੂ ਕੇ ਸਿੱਖ ਨੇ, ਗੁਰੂ ਕੇ ਸੰਤ ਹੈ, ਸਿੱਖ ਸੰਤ ਹੈ ਜੋਏ, ਸਭ ਗੁਰ ਅੰਸ਼, ਤੇ ਸਾਰੀ ਗੁਰੂਆਂ ਦੀ ਜਿਹੜੀ ਕੋਈ ਅੰਸ਼ ਵੰਸ਼ ਹੈ, ਸਥਾਨ ਗੁਰ, ਤੇ ਜਿੰਨੇ ਵੀ ਗੁਰੂ ਮਹਾਰਾਜ ਦੇ ਪਵਿੱਤਰ ਚਰਨ ਛੋਹ ਅਸਥਾਨ ਹਨ, ਤੈਨ ਕੋ ਬੰਦਨ ਹੋਏ ਕਵੀ ਗੁਣੀ ਓ ਪੰਥ ਬਰ। ਇਹਨਾਂ ਸਾਰਿਆਂ ਨੂੰ ਮੈਂ ਬੰਦਨਾ ਕਰਦਾ, ਜਿੰਨੇ ਵੀ ਕਵੀ ਹੈ, ਗੁਣੀ ਹੈ, ਔਰ ਜਿੰਨਾ ਵੀ ਭਾਈ ਗੁਰੂ ਮਹਾਰਾਜ ਦਾ ਇਹ ਮਹਾਨ ਪੰਥ ਹੈ। ਦੋਹਰਾ ਕਾਵ ਗੁਰ ਦੁਤੀਏ ਬੰਸ ਮਹਿ, ਸੰਤ ਰੇਣ ਹਰ ਪ੍ਰੇਮ। ਹੁਣ ਦੱਸਦੇ ਆ ਭਾਈ ਮੈਂ ਜੋ ਕਵੀ,
ਗੁਰੂ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੀ ਬੰਸ ਦੇ ਵਿੱਚੋਂ ਸੰਤਰੇਣ ਪ੍ਰੇਮ ਸਿੰਘ ਹਾ ਗੁਰ ਗਾਥਾ ਪ੍ਰਕਾਸ਼ ਹਿਤ ਹੀਏ ਦਾਸ ਅਤ ਪ੍ਰੇਮ। ਵੀ ਇਹ ਗੁਰੂ ਮਹਾਰਾਜ ਦੀ ਜਿਹੜੀ ਕਥਾ ਹੈ ਇਹ ਪ੍ਰਕਾਸ਼ ਹੋਵੇ, ਸਾਰੇ ਜਾਵੇ। ਇਹਦੇ ਲਈ ਕਹਿੰਦੇ ਭਾਈ ਮੈਂ ਦਾਸ ਦੇ ਹਿਰਦੇ ਵਿੱਚ ਇਸ ਕਾਰਜ ਲਈ ਅਤੀ ਪ੍ਰੇਮ ਹੈ। ਆਦ ਗੁਰੂ ਕੀ ਬੰਸ ਮਹ ਬਾਬਾ ਜੀ ਹਰ ਪ੍ਰੇਮ। ਹੁਣ ਦੱਸਦੇ ਵੀ ਮੁੱਢ ਕਿਵੇਂ ਬੱਝਿਆ ਗ੍ਰੰਥ ਦਾ। ਆਦ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬੰਸ ਮਹ ਬੰਸ ਦੇ ਵਿੱਚ ਬਾਬਾ ਜੀ ਹਰ ਪ੍ਰੇਮ। ਜੋ ਭਾਈ ਬਾਬਾ ਪ੍ਰੇਮ ਸਿੰਘ ਜੀ ਦਾਸ ਗੁਰ ਗਾਥਾ ਸ਼ਰਵਨ ਮਹਿ ਚਿਤੈ ਜਾਹੇ ਅਤ ਪ੍ਰੇਮ। ਜੋ ਭਾਈ ਦਸਾਂ ਗੁਰੂ ਸਹਿਬਾਨਾਂ ਦੀ ਇਹ ਕਥਾ ਸੁਣਨ ਦੇ ਵਾਸਤੇ ਉਹਨਾਂ ਦੇ ਚਿੱਤ ਦੇ ਵਿੱਚ ਬਹੁਤ ਪ੍ਰੇਮ ਹੋਇਆ। ਗੁਰ ਭਾਈ ਲਗ ਦਾਸ ਕੋ ਇੱਕ ਬਿਰ ਮਾਮ ਢਿਗ ਆਏ। ਕਹਿੰਦੇ ਉਹ ਭਾਈ ਗੁਰ ਭਾਈ ਸੀ ਛੋਟੇ, ਭਾਵ ਉਮਰ ਵਿੱਚ ਬਾਬਾ ਪ੍ਰੇਮ ਸਿੰਘ ਜੀ ਬੇਦੀ ਇਸ ਲੇਖਕ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਤੋਂ ਉਮਰ ਵਿੱਚ ਛੋਟੇ ਸੀ। ਤੇ ਗੁਰ ਭਾਈ ਲਗ ਦਾਸ ਉਹ ਕਹਿੰਦੇ ਇਸ ਕਰਕੇ ਲਿਖਦੇ ਆ ਵੀ ਉਹ ਸਾਡੇ ਛੋਟੇ ਗੁਰ ਭਾਈ ਨੇ ਦਾਸ ਦੇ। ਇੱਕ ਬਿਰ ਮਾਮ ਢੇਗਾ, ਇੱਕ ਵਾਰੀ ਉਹ ਕਹਿੰਦੇ ਮੇਰੇ ਕੋਲ ਆਏ, ਕਹਿਓ ਕਿ ਗੁਰ ਇਤਿਹਾਸ ਮਹ ਹਾਲ ਚਾਲ ਭਈ ਮਹਾਏ। ਬਾਬਾ ਪ੍ਰੇਮ ਸਿੰਘ ਜੀ ਬੇਦੀ ਉਹ ਕਹਿਣ ਲੱਗੇ ਸੰਤਰੇਣ ਪ੍ਰੇਮ ਸਿੰਘ ਜੀ ਵੀ ਜੋ ਭਾਈ ਗੁਰੂ ਇਤਿਹਾਸ ਹੈ ਦਸਾਂ ਪਾਤਸ਼ਾਹੀਆਂ ਦਾ, ਇਹਦੇ ਵਿੱਚ ਬਹੁਤ ਹਲਚਲ ਹੋਈ ਵੀ ਹੈ। ਭਾਵ ਵੀ ਪਹਿਲਾਂ ਜਿਹੜਾ ਹਿੰਦਾਲ ਦੇ ਪੋਤਰੇ ਵਿਧੀਏ ਨੇ ਰਲਾ ਮਿਲਾ ਕੀਤੇ, ਭਾਈ ਸੰਤੋਖ ਸਿੰਘ ਜੀ ਨੇ ਸੋਧ ਕਰਕੇ ਨਾਨਕ ਪ੍ਰਕਾਸ਼ ਲਿਖਿਆ, ਔਰ ਫਿਰ ਗੁਰਪ੍ਰਤਾਪ ਸੂਰਜ ਗ੍ਰੰਥ ਤੇ ਉਹ ਵੀ 3 ਮਹੀਨੇ ਬਾਅਦ ਲਿਖ ਕੇ ਚੜ੍ਹਾਈ ਕਰ ਗਏ। ਸੋਧ ਉਹ 'ਚ ਵੀ ਨਹੀਂ ਹੋ ਸਕੀ, ਸਗੋਂ ਰਲਾ ਮਿਲਾ ਕੁਛ ਕਰਤੇ। ਇਸ ਕਰਕੇ ਭਾਈ ਸੰਤਰੇਣ ਪ੍ਰੇਮ ਸਿੰਘ ਜੀ ਬਾਬਾ ਪ੍ਰੇਮ ਸਿੰਘ ਜੀ ਬੇਦੀ ਕਹਿੰਦੇ ਵੀ ਗੁਰਮੁਖੋ ਦੇ ਵਿੱਚ ਬਹੁਤ ਹਲਚਲ ਇਤਿਹਾਸ ਵਿੱਚ ਹੋਈ ਹੈ। ਗੁਰ ਅੰਗਦ ਪ੍ਰਥਮ ਹੋ ਪ੍ਰਥਮ ਰਚਿਓ ਗੁਰ ਇਤਿਹਾਸ। ਬਾਬਾ ਪ੍ਰੇਮ ਸਿੰਘ ਜੀ ਬੇਦੀ ਕਹਿੰਦੇ ਵੀ ਸੰਤਰੇਣ ਪ੍ਰੇਮ ਸਿੰਘ ਜੀ ਤੁਸੀਂ ਗੁਰੂ ਅੰਗਦ ਦੇਵ ਦੀ ਅੰਸ਼ ਬੰਸ ਹੋ ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਪਹਿਲੋਂ ਪਹਿਲ ਸਭ ਤੋਂ ਪਹਿਲਾਂ ਪਹਿਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਲਿਖਵਾਇਆ ਸੀ। ਭਾਈ ਬਾਲੇ ਨੇ ਉਚਾਰਨ ਕੀਤਾ, ਸਾਰਾ ਪੈੜੇ ਮੁਖੇ ਨੇ ਲਿਖਿਆ। ਤਸ ਵਿਦ ਸੰਤਤ ਤਿਨ ਹੋ ਤੁਮ ਕਰੀਏ ਸੁਧ ਪ੍ਰਕਾਸ਼। ਇਸੇ ਤਰ੍ਹਾਂ ਵੀ ਸੰਤਰੇਣ ਪ੍ਰੇਮ ਸਿੰਘ ਜੀ ਤੁਸੀਂ ਵੀ ਗੁਰੂ ਅੰਗਦ ਦੇਵ ਮਹਾਰਾਜ ਦੀ ਅੰਸ਼ ਬੰਸ ਹੋ ਤੇ ਤੁਸੀਂ ਹੁਣ ਸੁਧ ਪ੍ਰਕਾਸ਼ ਜਿਹੜਾ ਹੈ ਉਹ ਕਰੋ, ਭਾਵ ਇਤਿਹਾਸ ਸ਼ੁੱਧ ਸਰੂਪ ਵਿੱਚ ਲਿਖੋ। ਜਿਹੇ ਪਠਬੇ ਔ ਸ਼ਰਵਨ ਤੇ ਹੋਇ ਗੁਰਮਤ ਪ੍ਰਚਾਰ। ਐਸਾ ਇਤਿਹਾਸ ਲਿਖੋ ਜਿਹਨੂੰ ਪੜ੍ਹਨ ਤੇ ਸੁਣਨ ਦੇ ਨਾਲ ਗੁਰਮਤ ਦਾ ਪ੍ਰਚਾਰ ਹੋਵੇ। ਪ੍ਰੀਤਮ ਤੇ ਬਾਚ ਪ੍ਰੀਤ ਕੇ ਸੁਨ ਭਾਰਖ ਅਪਾਰ। ਫਿਰ ਜੋ ਪ੍ਰੀਤਮ ਅਕਾਲ ਪੁਰਖ ਪਰਮੇਸ਼ਰ ਦੀ ਪ੍ਰੀਤ ਪਵੇ ਤੇ ਇਤਿਹਾਸ ਜਿਹੜਾ ਸੁਣ ਕੇ ਬੇਅੰਤ ਸਰੋਤਿਆਂ ਨੂੰ ਖੁਸ਼ੀ ਆਨੰਦ ਮਿਲੇ। ਕਹਿਓ ਜਨਮ ਹੈ ਧਨ ਤੋਹੇ ਐਸ ਭਈ ਮਨ ਚਾਹੇ। ਤਾਂ ਸੰਤਰੇਣ ਪ੍ਰੇਮ ਸਿੰਘ ਜੀ ਹੁਣ ਕਹਿਣ ਲੱਗੇ ਵੀ ਹੇ ਬਾਬਾ ਪ੍ਰੇਮ ਸਿੰਘ ਬੇਦੀ ਜੀ ਵੀ ਤੁਹਾਡਾ ਜਨਮ ਧਨ ਹੈ। ਕਹਿਓ ਜਨਮ ਹੈ ਧਨ ਤੋਹੇ ਐਸ ਭਈ ਮਨ ਚਾਹੇ। ਜੋ ਐਸੀ ਤੁਹਾਡੇ ਮਨ ਵਿੱਚ ਚਾਹਨਾ ਹੋਈ, ਇੱਛਾ ਹੋਈ। ਪ੍ਰਥਮ ਭੀ ਗਨ ਸਿੱਖ ਸੰਤ ਹਨ ਭਨਿਓ ਮੋਹੇ ਅਸ ਭਾਹੇ।
ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਵੀ ਬਾਬਾ ਪ੍ਰੇਮ ਸਿੰਘ ਜੀ ਪਹਿਲਾਂ ਵੀ ਸਾਨੂੰ ਬਹੁਤ ਸਿੱਖ ਸੰਤ ਪੁਰਸ਼ਾਂ ਨੇ ਇਸੇ ਤਰ੍ਹਾਂ ਇਤਿਹਾਸ ਲਿਖਣ ਵਾਸਤੇ ਕਿਹਾ ਹੈ। ਅਬ ਪ੍ਰੇਰ ਹੈ ਜਸ ਸਤ ਗੁਰੂ ਤਸ ਵਿਦ ਕਰੋ ਉਚਾਰ। ਹੁਣ ਜਿਵੇਂ ਫਿਰ ਸਤਿਗੁਰੂ ਮਹਾਰਾਜ ਜੀ ਪ੍ਰੇਰਨਗੇ ਉਸੇ ਤਰ੍ਹਾਂ ਮੈਂ ਅੱਗੇ ਹੁਣ ਇਤਿਹਾਸ ਉਚਾਰਨ ਕਰਾਂਗਾ। ਗ੍ਰੰਥ ਸੋ ਗੁਰ ਪ੍ਰਕਾਸ਼ਪੁਰ ਰਚਹੁ ਸਾਰ ਨਿਕਾਰ। ਕਹਿੰਦੇ ਹੁਣ ਮੈਂ ਇਹ ਗੁਰਪੁਰ ਪ੍ਰਕਾਸ਼ ਗ੍ਰੰਥ ਜੋ ਸ੍ਰੇਸ਼ਟ ਸਾਰਾ ਤੱਤ ਸਾਰ ਕੱਢ ਕੇ ਇਤਿਹਾਸ ਦਾ ਉਹ ਕਹਿੰਦੇ ਹੁਣ ਰਚਣ ਲੱਗਿਆ। ਅਸ ਵਿਦ ਸੁਨ ਹਰ ਪ੍ਰੇਮ ਜੀ ਭਾਖਿਓ ਪੁਨ ਇਹ ਪਾਏ। ਜਦੋਂ ਕਹਿੰਦੇ ਅਸੀਂ ਇਹ ਦੱਸਿਆ ਵੀ ਅਸੀਂ ਗੁਰਪੁਰ ਪ੍ਰਕਾਸ਼ ਗ੍ਰੰਥ ਲਿਖਣਾ ਤਾਂ ਅਸ ਵਿਦ ਸੁਨ ਹਰ ਪ੍ਰੇਮ ਜੀ, ਹਰ ਦਾ ਭਾਵ ਹੈ ਸਿੰਘ। ਇਹ ਗੱਲ ਸੁਣ ਕੇ ਬਾਬਾ ਪ੍ਰੇਮ ਸਿੰਘ ਜੀ ਬੇਦੀ ਭਾਖਿਓ ਪੁਨ ਇਹ ਪਾਏ, ਉਹਨਾਂ ਨੇ ਫਿਰ ਸਾਨੂੰ ਇਸ ਤਰ੍ਹਾਂ ਕਿਹਾ। ਸ੍ਰੀ ਗੁਰਪੁਰ ਪ੍ਰਕਾਸ਼ ਕਾ ਕਹੋ ਅਰਥ ਸਮਝਾਏ। ਕਹਿੰਦੇ ਸੰਤ ਰੇਣ ਪ੍ਰੇਮ ਸਿੰਘ ਜੀ ਵੀ ਇਹ ਜਿਹੜਾ ਤੁਸੀਂ ਨਾਂ ਰੱਖਿਆ ਸ੍ਰੀ ਗੁਰਪੁਰ ਪ੍ਰਕਾਸ਼, ਤੋ ਕਿਰਪਾ ਕਰੋ ਫਿਰ ਪਹਿਲਾਂ ਇਹਦਾ ਅਰਥ ਸਮਝਾਓ। ਭਨਿਓ ਦਾਸ ਤਬ ਗ੍ਰੰਥ ਕਾ ਸੁਨੋ ਅਰਥ ਮਨ ਲਾਏ। ਫਿਰ ਕਹਿੰਦੇ ਸੰਤ ਰੇਣ ਜੀ ਕਹਿੰਦੇ ਵੀ ਮੈਂ ਦਾਸ ਨੇ ਇਸ ਗ੍ਰੰਥ ਦਾ ਇਹ ਨਾਂ ਕੀ ਹੈ ਇਹਦਾ ਅਰਥ ਉਹ ਦੱਸਿਆ। ਭਾਈ ਸਰੋਤਿਓ ਤੁਸੀਂ ਵੀ ਸੁਣੋ ਮਨ ਲਾ ਕੇ। ਗੁਰਪੁਰ ਜਾਨੋ ਗ੍ਰੰਥ ਇਹੋ ਮਹਿਲੇ 10 ਇਸ ਥਾਏ। ਇਹ ਜਿਹੜਾ ਗ੍ਰੰਥ ਹੈ ਜਾਣੋ ਵੀ ਇੱਕ ਗੁਰੂ ਦੀ ਪੁਰੀ ਹੈ, ਬਹੁਤ ਵੱਡਾ ਸ਼ਹਿਰ ਹੈ ਗੁਰੂ ਦਾ। ਇਹਦੇ ਵਿੱਚ ਜਿਹੜੇ ਮਹੱਲੇ ਨੇ ਉਹ ਜਾਣੋ ਵੀ 10 ਇਸ ਸ਼ਹਿਰ ਦੇ ਇਹਦੇ ਵਿੱਚ ਮਹੱਲੇ ਹਨ। ਜਥਾ ਮਹੱਲੇ ਏਕ ਮਹ ਹੋਵੇ ਮਹਿਲ ਅਨੇਕ। ਤੇ ਫਿਰ ਜਿਵੇਂ ਇੱਕ ਮਹੱਲੇ ਦੇ ਵਿੱਚ ਅਨੇਕਾਂ ਮਹਿਲ ਘਰ ਹੁੰਦੇ ਹਨ, ਤਥਾ ਏਕ ਗੁਰ ਗਾਥ ਮਹਿ ਮੰਦਰ ਲਖੋ ਬਿਬੇਕ। ਇਸੇ ਤਰ੍ਹਾਂ ਇੱਕ ਇਹ ਗੁਰਪੁਰੀ ਸ਼ਹਿਰ ਦੇ ਵਿੱਚ ਜਿਹੜਾ ਹੈ ਇੱਕ ਮਹੱਲਾ ਹੋ ਗਿਆ, ਇੱਕ ਗੁਰੂ ਦਾ ਇਤਿਹਾਸ। ਤੇ ਉਸ ਤਰ੍ਹਾਂ ਜਿਵੇਂ ਮਹੱਲੇ 'ਚ ਘਰ ਹੁੰਦੇ ਆ, ਤਥਾ ਏਕ ਗੁਰ ਗਾਥ, ਇਸ ਤਰ੍ਹਾਂ ਇੱਕ ਗੁਰੂ ਸਾਹਿਬਾਨ ਦੀ ਕਥਾ ਦੇ ਵਿੱਚ ਵੱਖ-ਵੱਖ ਪ੍ਰਸੰਗ ਜਿਹੜੇ ਨੇ ਉਹ ਕਹਿੰਦੇ ਭਾਈ ਤੁਸੀਂ ਗਿਆਨ ਸਹਿਤ ਜਾਣ ਲਓ ਕਿ ਉਹ ਭਾਈ ਮੰਦਰ ਭਾਵ ਘਰ ਹਨ। ਸੁਨ ਭਾਖਿਓ ਹਰ ਪ੍ਰੇਮ ਜੀ ਅਰਥ ਨੀਕ ਮਨ ਪਾਹੇ। ਇਹ ਸੁਣ ਕਰਕੇ ਫਿਰ ਬਾਬਾ ਪ੍ਰੇਮ ਸਿੰਘ ਜੀ ਬੇਦੀ ਉਹ ਕਹਿਣ ਲੱਗੇ ਜੀ ਠੀਕ ਹੈ ਸੰਤ ਰੇਣ ਜੀ ਵੀ ਇਹ ਜਿਹੜੇ ਅਰਥ ਨੇ ਇਹ ਅਸੀਂ ਸਹੀ ਰੂਪ ਵਿੱਚ ਮਨ ਵਿੱਚ ਜਾਣ ਲਏ ਹਨ। ਤੋ ਇੱਕ ਸ਼ੰਕਾ ਔਰ ਅਨਬੰਧ ਗ੍ਰੰਥ ਬਤਾਹੇ। ਹੁਣ ਕਹਿੰਦੇ ਇੱਕ ਸ਼ੰਕਾ ਹੋਰ ਹੈ ਵੀ ਇਹ ਗ੍ਰੰਥ ਦਾ ਅਨਬੰਧ ਦੱਸੋ ਕੀ ਹੈ। ਅਨਬੰਧ ਦਾ ਭਾਵ ਕੀ ਹੁੰਦਾ ਹੈ। ਅਨਬੰਧ 4 ਇਹਦੇ ਰੂਪ ਨੇ। ਜਿਵੇਂ ਆਪਾਂ ਅੰਤਸ਼ਕਰਨ ਕਹਿ ਦਿੰਦੇ ਆ ਉਹਦੇ ਰੂਪ 4 ਬਣ ਜਾਂਦੇ ਨੇ, ਮਨ, ਬੁੱਧ, ਚਿੱਤ ਤੇ ਅਹੰ। ਇਹ ਹੈ ਉਹਨੂੰ ਕਹਿੰਦੇ ਅੰਤਸ਼ਕਰਨ। ਹੈ ਇੱਕੋ ਹੀ, ਇਹਦੇ ਰੂਪ 4 ਨੇ। ਜਦੋਂ ਕੋਈ ਫੁਰਨੇ ਕਰਨ ਲੱਗ ਗਿਆ ਉਹਨੂੰ ਮਨ ਕਹਿਤਾ। ਮੰਨ ਲਓ ਕਿਸੇ ਕੰਮ ਦਾ ਅਸੀਂ ਫੁਰਨਾ ਕਰ ਲਿਆ, ਆਹ ਕੰਮ ਕਰਨਾ ਹੈ, ਉਹ ਮਨ ਨੇ ਫੁਰਨਾ ਕੀਤਾ ਉਹਨੂੰ ਮਨ ਕਹਿੰਦੇ ਆ। ਫਿਰ ਉਸੇ ਹੀ ਕਰਮ ਦੇ ਉੱਤੇ ਜਿਹੜਾ ਹੈ ਬੁੱਧ ਕਹਿੰਦੇ ਵੀ ਉਹ ਆਪਾਂ ਵਿਚਾਰ ਕਰਨੀ, ਕੰਮ ਤਾਂ ਕਰਨਾ, ਇਹ ਫੁਰਨਾ ਤਾਂ ਹੋ ਗਿਆ, ਇਹਦੇ ਵਿੱਚ ਫਾਇਦਾ ਕੀ ਹੈ ਨੁਕਸਾਨ ਕੀ ਹੈ, ਬੁੱਧੀ ਵਿਚਾਰ ਵੀ ਕਰੂ ਨਾ। ਹੁਣ ਉਹੀ ਹੈ ਤਾਂ ਇੱਕੋ ਹੀ ਗੱਲ। ਉਹ ਦੂਸਰਾ ਰੂਪ ਵਿਚਾਰ ਵਾਲਾ ਆ ਗਿਆ ਤਾਂ ਉਦੋਂ ਉਹਨੂੰ ਬੁੱਧੀ ਕਹਿ ਦਿੰਦੇ ਆ। ਫਿਰ ਜਦੋਂ ਨਿਰਣਾ ਕਰ ਲਿਆ ਸਾਰਾ ਵੀ ਆਹ ਐਂ ਹੋਊਗਾ, ਇਹ ਆ ਇਹਦੇ ਚੋਂ ਆ ਫਾਇਦਾ ਹੈ, ਫਿਰ ਉਸ ਕੰਮ ਦੀ ਚਿੰਤਨ ਲੱਗ ਜਾਂਦੀ ਹੈ। ਹੁਣ ਕਿੱਦਾਂ ਸ਼ੁਰੂ ਕਰੀਏ, ਉਹਨੂੰ ਚਿੱਤ ਕਹਿਤਾ। ਤੇ ਜਿਸ ਦਿਨ ਉਹ ਕਰਮ ਕਰ ਲਿਆ
ਫਿਰ ਇੱਕ ਅਹੰ ਭਾਵ ਪੈਦਾ ਹੋ ਜਾਂਦਾ, ਮੈਂ ਆ ਕਰਤਾ। ਕੁਦਰਤੀ ਹੈ ਨਾ, ਇੱਕ ਸੂਖਮ ਅਹੰ ਭਾਵ ਆ। ਮੰਨ ਲਓ ਮੈਂ ਕਥਾ ਕਰਦਾ, ਤੁਹਾਡੇ ਮਨ ਵਿੱਚ ਆ, ਮੈਂ ਸੁਣ ਰਿਹਾ ਵੀ ਅਸੀਂ ਸਤਸੰਗ ਵਿੱਚ ਚੱਲਿਆ ਵੀ ਮੈਂ ਤਾਂ, ਉਹ ਇੱਕ ਸੂਖਮ ਅਹੰ ਭਾਵ ਹੈ, ਉਹਨੂੰ ਕਹਿੰਦੇ ਅਹੰ। ਇਸ ਤਰ੍ਹਾਂ ਮਨ, ਬੁੱਧ, ਚਿੱਤ, ਅਹੰ, ਇਹਨਾਂ ਚੌਹਾਂ ਨੂੰ ਜੋੜ ਲਿਆ। ਇਹਦਾ ਨਾਂ ਕੀ ਹੈ? ਅੰਤਸ਼ਕਰਨ, ਅੰਤःਕਰਨ ਗੁਰੂ ਗ੍ਰੰਥ ਸਾਹਿਬ 'ਚ। ਇਸੇ ਤਰ੍ਹਾਂ ਅਨੁਬੰਧ, ਅਨੁਬੰਧ ਦਾ ਭਾਵ ਕੀ ਹੁੰਦਾ ਹੈ? ਵੀ ਉਹ ਚੀਜ਼ ਕਹਿੰਦੇ ਵੀ ਇੱਕ ਸ਼ੰਕਾ ਹੈ, ਅਨੁਬੰਧ ਦੱਸੋ ਗ੍ਰੰਥ ਦਾ, ਤਾਂ ਕਿ ਜਿਹੜਾ ਤੁਸੀਂ ਗ੍ਰੰਥ ਲਿਖ ਰਹੇ ਹੋ ਇਹਨੂੰ ਜਿਹੜਾ ਕੋਈ ਪੜ੍ਹੇ ਸੁਣੇ, ਉਹਦੀ ਇੱਕ ਰਸ ਉਹਦੇ ਵਿੱਚ, ਉਹਦੇ ਅੰਦਰ ਚਾਹਨਾ ਪੈਦਾ ਹੋਵੇ ਗ੍ਰੰਥ ਪੜ੍ਹਨ ਵਾਲੇ ਦੀ। ਮੈਂ ਅੱਗੇ ਕੀ ਆਊ, ਅੱਗੇ ਕੀ, ਇੱਕ ਤਰ੍ਹਾਂ ਦੀ ਜਿਵੇਂ ਕਵੀ ਰਾਜ ਸੰਤੋਖ ਸਿੰਘ ਜੀ ਨੇ ਦੇਖੋ ਇਤਿਹਾਸ ਲਿਖਿਆ ਦਸਾਂ ਪਾਤਸ਼ਾਹਾਂ, ਜਦੋਂ ਆਪਾਂ ਸੁਣਦੇ ਹਾਂ ਐਂ ਮੂਹਰੇ ਫਿਲਮ ਬਣੀ ਜਾਂਦੀ ਹੈ ਕਿ ਰੁਚੀ ਪੈਦਾ ਹੋ ਜਾਂਦੀ ਹੈ। ਉਹਨੂੰ ਕਹਿੰਦੇ ਨੇ ਅਨੁਬੰਧ। ਵੀ ਜਿਹੜਾ ਇੱਕ ਰਸ ਜਗਿਆਸੂ ਪੁਰਸ਼ ਨੂੰ ਇਸ ਗ੍ਰੰਥ ਕਥਾ ਵਿੱਚ ਜੋੜੀ ਰੱਖੇ ਗ੍ਰੰਥ ਨਾਲ, ਉਹ ਜੋੜਨਾ ਅਨੁਬੰਧ ਹੈ। ਤੇ ਇਹ ਕਹਿੰਦੇ ਕਿਰਪਾ ਕਰਕੇ ਦੱਸੋ ਵੀ ਇਹਦਾ ਅਨੁਬੰਧ ਕੀ ਹੈ। ਤੇ ਉਹ ਸਾਰੀ ਗੱਲ ਪੁੱਛਦੇ ਹਨ ਕਿ ਇਹਦੇ ਵਿੱਚ ਹੁਣ ਇਹ ਅੱਗੇ ਅਨੁਬੰਧ ਗ੍ਰੰਥ ਬਤਾਏ, ਗ੍ਰੰਥ ਦਾ ਅਨੁਬੰਧ ਦੱਸੋ ਵੀ, ਤਾਂ ਕਿ ਇਹਦੇ ਵਿੱਚ ਕੀ ਹੈ ਜੋ ਜਗਿਆਸੂ ਨੂੰ ਇੱਕ ਰਸ ਜੋੜੇਗਾ। ਬਿਨ ਜਾਣੇ ਅਨੁਬੰਧ ਕੇ ਸੁਗਰ ਪ੍ਰਭ ਹੈ ਨਾਏ। ਕਿਉਂਕਿ ਅਨੁਬੰਧ ਨੂੰ ਜਾਣੇ ਤੋਂ ਬਿਨਾ, ਹੁਣ ਜੇ ਆਪਾਂ ਕਿਸੇ ਨੂੰ ਕੋਈ ਕਿਤਾਬ ਦੇ ਦਈਏ, ਕੋਈ ਗ੍ਰੰਥ ਦੇ ਦਈਏ ਵੀ ਤੂੰ ਆ ਪੜ੍ਹ, ਉਹ ਕੋ ਪਹਿਲਾਂ ਦੱਸ ਇਹ ਹੈ ਕੀ ਹੈ, ਫਿਰ ਆਪਾਂ ਦੱਸਾਂਗੇ ਜੀ ਇਹ ਫਲਾਨਾ ਹੈ, ਇਹਦੇ 'ਚ ਆਹ ਗੱਲ ਹੈ, ਆਹ ਇਤਿਹਾਸ ਹੈ। ਜੇ ਤੂੰ ਇਹਨੂੰ ਪੜ੍ਹੇਗਾ ਤੇ ਫਿਰ ਹੀ ਉਹਦੇ 'ਚ ਰੁਚੀ ਪੈਦਾ ਹੋਊ ਨਾ। ਬਿਨ ਜਾਣੇ ਅਨੁਬੰਧ ਕੇ, ਬਾਬਾ ਪ੍ਰੇਮ ਸਿੰਘ ਜੀ ਕਹਿੰਦੇ, ਸੰਤ ਨੈਣ ਪ੍ਰੇਮ ਸਿੰਘ ਜੀ ਵੀ, ਅਨੁਬੰਧ ਜਾਣੇ ਤੋਂ ਬਿਨਾ ਸੁਗਰ ਪ੍ਰਭ ਰਹਿ ਨਾਏ। ਜਿਹੜਾ ਸਿਆਣਾ ਪੁਰਸ਼ ਹੈ ਉਹਦੇ ਵਿੱਚ ਜੁੜ ਕੇ ਨਹੀਂ ਰਹਿ ਸਕਦਾ ਜਦੋਂ ਉਹਨੂੰ ਅਨੁਬੰਧ ਦਾ ਪਤਾ ਲੱਗ ਗਿਆ। ਇਸ ਕਰਕੇ ਜਿਹੜੇ ਗੁਰਮੁਖ ਪਿਆਰੇ ਇੱਕ ਨੇ ਮੈਨੂੰ ਦੱਸਿਆ ਸੀ ਵੀ ਕੋਈ ਵੀ ਕਿਤਾਬ ਪੜ੍ਹੋ, ਧਾਰਮਿਕ ਗ੍ਰੰਥ ਕੋਈ ਵੀ ਪੜ੍ਹਨਾ ਹੈ ਨਾ, ਉਹਦੀ ਪਹਿਲਾਂ ਭੂਮਿਕਾ ਨੂੰ ਚੰਗੀ ਤਰ੍ਹਾਂ ਪੜ੍ਹ ਲਓ। ਆਮ ਤੌਰ ਤੇ ਗ੍ਰੰਥ ਪੜ੍ਹਨ ਲੱਗੇ ਬਹੁਤੇ ਜਿਹੜੇ ਨੇ ਨਾ, ਉਹ ਭੂਮਿਕਾ ਨਹੀਂ ਪੜ੍ਹਦੇ, ਉਹ ਕਹਿੰਦੇ ਉਹ ਤਾਂ ਛੱਡ ਦੋ, ਮੂਹਰੇ ਜਿਹੜਾ ਲਿਖਿਆ ਹੁੰਦਾ। ਇਸ ਪਹਿਲਾਂ ਭੂਮਿਕਾ ਤਾਂ ਚਾਹੇ 5 ਵਾਰ ਪੜ੍ਹੋ, ਫਿਰ ਜਦੋਂ ਤੁਸੀਂ ਚੰਗੀ ਤਰ੍ਹਾਂ ਭੂਮਿਕਾ ਪੜ੍ਹ ਲਈ ਫਿਰ ਗ੍ਰੰਥ ਦਾ ਪਤਾ ਲੱਗ ਜਾਂਦਾ। ਇਸ ਕਰਕੇ ਬਿਨ ਜਾਣੇ ਅਨੁਬੰਧ ਕੇ ਸੁਗਰ ਪ੍ਰਭ ਰਹਿ ਨਾਏ। ਸੁਗੜ ਸਿਆਣਾ ਪੁਰਸ਼ ਦੇ ਵਿੱਚ ਰਤਿਆ ਨਹੀਂ ਰਹਿੰਦਾ ਹੈ। ਸੁਨਤ ਦਾਸ ਤਬ ਐਸ ਵਿਦ ਅਨੁਬੰਧ ਵੇਦ ਅਲਾਏ। ਕਹਿੰਦੇ ਭਾਈ ਫਿਰ ਮੈਂ ਸੰਤ ਨੈਣ ਪ੍ਰੇਮ ਸਿੰਘ ਜੀ ਕਹਿੰਦੇ, ਦਾਸ ਨੇ ਬਾਬਾ ਪ੍ਰੇਮ ਸਿੰਘ ਤੋਂ ਸੁਣ ਕਰਕੇ ਫਿਰ ਇਸ ਤਰ੍ਹਾਂ ਅਨੁਬੰਧ ਵੇਦ ਅਲਾਏ। ਵੇਦ ਹੁਣ ਇਹ ਵਿਦਵਾਨੀ ਹੈ, ਇੱਥੇ ਵੇਦ 4 ਨੇ। ਕਹਿੰਦੇ ਅਸੀਂ 4 ਅਨੁਬੰਧ ਦੱਸੇ ਇਸ ਦੇ। ਉਪਦੇਸ਼ੀ ਸਤਨਾਮ ਕੇ ਲਖੋ ਅਧਿਕ੍ਰਿਤੀ ਸੋਏ। ਹੁਣ ਇਹ ਪਹਿਲਾ ਅਨੁਬੰਧ ਹੈ ਵੀ ਇਹਦਾ ਅਧਿਕਾਰੀ ਕੌਣ ਹੈ। ਹੁਣ ਜਿਵੇਂ ਆਪਾਂ ਕੋਈ ਮਰਜ਼ਾਦਾ ਹੈ ਨਾ ਕਿਸੇ ਵੀ ਧਰਮ ਗ੍ਰੰਥ ਦੀ, ਜਿਵੇਂ ਭਾਈ ਗੁਰੂ ਗ੍ਰੰਥ ਸਾਹਿਬ ਦੀ ਮੰਨ ਲਓ ਕਿਸੇ ਨੇ ਸੰਥਿਆ ਕਰਨੀ ਹੈ, ਉਹਦੇ ਲਈ ਵੀ ਨਿਯਮ ਹੁੰਦੇ ਨੇ। ਬਾਣੀ ਪੜ੍ਹਨੀ ਹੈ, ਰੌਲ ਲਾਉਣੀ ਹੈ, ਕੋਈ ਸੇਵਾ ਕਰਨੀ ਹੈ, ਕਿਤੇ ਵੀ ਲੰਗਰ ਦੀ, ਉਹ ਸਾਰਿਆਂ ਦੇ ਕੁਛ ਨਾ ਕੁਛ ਨਿਯਮ ਹੈ। ਤੇ ਉਹ ਅਧਿਕਾਰੀ ਜਾਣ ਕੇ ਉਹਨੂੰ ਉਹੋ ਜਿਹੀ ਸਿੱਖਿਆ ਦਿੱਤੀ ਜਾਂਦੀ ਹੈ। ਜਿਵੇਂ ਟੀਚਰ ਹੈ, ਹੁਣ ਜੇ ਪ੍ਰਾਇਮਰੀ 'ਚ ਪੜ੍ਹਨ ਵਾਲੇ ਨੂੰ ਹਾਈ ਕਲਾਸ ਦੀਆਂ ਗੱਲਾਂ ਦੱਸਣ ਲੱਗ ਜੇ, ਉਹਦੇ ਪੱਲੇ ਨਹੀਂ ਪੈਣੀਆਂ। ਇਸ ਕਰਕੇ ਉਹ ਫਿਰ ਉਹਨੂੰ ਉਹੋ ਜਿਹੀਆਂ ਗੱਲਾਂ ਦੱਸਦਾ, ਉਹ ਅਧਿਕਾਰੀ ਜਾਣਦਾ ਜੀ ਭਾਈ ਹੁਣ ਇਹ ਪ੍ਰਾਇਮਰੀ 'ਚ ਹੈ, ਇਹਨੂੰ ਇਹ ਅਧਿਕਾਰੀ ਹੈ ਇੰਨੀ ਕੁ ਵਿਦਿਆ ਦਾ, ਫਿਰ ਮਿਡਲ 'ਚ ਹੋ ਜੂ, ਹਾਈ 'ਚ ਹੋ ਜੂ, ਸੈਕੰਡਰੀ 'ਚ ਹੋ ਜੂ, ਕਾਲਜ, ਯੂਨੀਵਰਸਿਟੀ। ਉਹ ਜਿਉਂ-ਜਿਉਂ ਉਹਦਾ ਅਧਿਕਾਰ ਖੇਤਰ ਵੱਧਦਾ ਜਾਂਦਾ, ਅਧਿਕਾਰੀ ਜਾਣ ਕੇ ਉਹੋ ਜਿਹੀ ਉਹਨੂੰ ਵਿਦਿਆ ਮਿਲੀ ਜਾਂਦੀ ਹੈ। ਇਸੇ ਤਰ੍ਹਾਂ ਇਹਦੇ ਅਧਿਕਾਰੀ ਕੌਣ ਨੇ ਜਿਹੜਾ ਇਹ ਗ੍ਰੰਥ ਲਿਖਣ ਲੱਗਿਆ। ਕਹਿੰਦੇ ਉਪਦੇਸ਼ੀ ਸਤਨਾਮ ਕੇ ਲਖੋ ਅਧਿਕ੍ਰਿਤੀ ਸੋਏ। ਇਹ ਭਾਈ ਅਧਿਕਾਰੀ ਇਹਦੇ ਉਹ ਹੈ ਜਿਹੜੇ ਸਤਨਾਮ ਪਰਮੇਸ਼ਰ ਦੇ ਸੱਚੇ ਨਾਮ ਦੇ ਉਪਦੇਸ਼ੀ ਹੈ। ਵੀ ਜਿਹੜੇ ਤਾਂ ਭਾਈ ਕੋਈ ਉਹ ਉੱਥੇ ਮੰਨ ਲਿਆ, ਕਿਤੇ ਉਹਨੂੰ ਮੰਨ ਲਿਆ, ਉਹਨਾਂ ਨੂੰ ਨਹੀਂ ਇਹ ਗੱਲਾਂ ਚੰਗੀਆਂ ਲੱਗਣੀਆਂ। ਗੁਰੂ ਦਾ ਇਤਿਹਾਸ ਕਿੱਥੋਂ ਚੰਗਾ ਲੱਗਦਾ।
ਇਹ ਤਾਂ ਕਹਿੰਦੇ ਭਾਈ ਜਿਹੜੇ ਸਤਨਾਮ ਦੇ ਉਪਦੇਸ਼ੀ ਹੈ ਨਾ, ਸੱਚੇ ਨਾਮ ਦੇ, ਲਖੋ ਅਧਿਕ੍ਰਿਤੀ, ਉਹਨਾਂ ਨੂੰ ਕਹਿੰਦੇ ਪਹਿਲਾ ਤਾਂ ਇਹ ਅਨੁਬੰਧ ਹੈ ਵੀ ਉਹਨਾਂ ਨੂੰ ਇਸ ਦੇ ਅਧਿਕਾਰੀ ਜਾਣੋ। ਵਿਸ਼ੈ ਗੁਰ ਮਹਿਮਾ ਰਰੈ, ਪ੍ਰਯੋਜਨ ਮਲ ਖੋਏ। ਫਿਰ ਆ ਜਾਂਦਾ ਹੈ ਦੂਜਾ ਵੀ ਇਹਦਾ ਵਿਸ਼ਾ ਕੀ ਹੈ। ਆਪਾਂ ਕਿਸੇ ਨੂੰ ਗ੍ਰੰਥ ਦੇ ਕਹਿੰਦੇ ਵੀ ਇਹ ਹੈ ਕੀ ਹੈ, ਇਹਦੇ ਵਿੱਚ ਕਹਿੰਦੇ ਵਿਸ਼ਾ ਇਹਦਾ ਦੂਜਾ ਅਨੁਬੰਧ ਕੀ ਹੈ। ਇਹਦੇ ਵਿੱਚ ਵਿਸ਼ੈ ਸੋ ਗੁਰ ਮਹਿਮਾ ਰਰੈ, ਇਹ ਗੁਰੂ ਦੀ ਮਹਿਮਾ ਕਥਨ ਕੀਤੀ ਹੈ। ਤੇ ਪ੍ਰਯੋਜਨ ਇਸ ਵਾਸਤੇ ਕਿਉਂ ਕੀਤੀ। ਵਿਸ਼ਾ ਤਾਂ ਹੋ ਗਿਆ ਗੁਰੂ ਮਹਿਮਾ ਕਾਹਤੋਂ ਕੀਤੀ, ਕਹਿੰਦੇ ਪ੍ਰਯੋਜਨ ਮਾਲਕ ਹੋਏ, ਵੀ ਕਥਾ ਪੜ੍ਹੇ ਸੁਣੇ ਜਿਹੜਾ ਵੀ ਉਹਦੇ ਪਾਪਾਂ ਰੂਪੀ ਵਿਕਾਰਾਂ ਰੂਪੀ ਮੈਲ ਦੂਰ ਹੋ ਜਾਵੇ। ਪ੍ਰਤਪਾਦਕ ਪ੍ਰਤਪਾਦਯਤਾ ਗ੍ਰੰਥ ਗੁਰਨ ਸੰਬੰਧ। ਫਿਰ ਗੁਰਮੁਖੋ ਤੀਜਾ ਆ ਗਿਆ ਪ੍ਰਤਪਾਦਕ ਪ੍ਰਤਪਾਦਯਤਾ। ਪ੍ਰਤਪਾਦਕ ਕਹਿੰਦੇ ਨੇ ਵੀ ਜੋ ਗ੍ਰੰਥ ਹੈ ਤੇ ਉਹ ਕਿਸ ਗੁਰੂ ਦਾ ਹੈ। ਪ੍ਰਤਪਾਦਕ ਭਾਵ ਆ ਗਿਆ ਗੁਰੂ। ਪ੍ਰਤਪਾਦਯਤਾ ਇਹ ਆ ਗਿਆ ਤੀਜਾ ਅਨੁਬੰਧ। ਪ੍ਰਤਪਾਦਯਤਾ ਕਹਿੰਦੇ ਨੇ ਵੀ ਜਿਹੜਾ ਇਥੋਂ ਪ੍ਰਾਪਤ ਕਰਨ ਵਾਲਾ, ਇਹ ਜਿਹੜਾ ਆਪਾਂ ਇਤਿਹਾਸ ਗੁਰੂ ਦਾ ਹੈ, ਇਹ ਜਿਹੜੇ ਜਗਿਆਸੂ ਬਣ ਕੇ ਹੁਣ ਇਹਨੂੰ ਸਰਵਣ ਕਰਦੇ, ਇਹਦੇ ਵਿੱਚੋਂ ਪ੍ਰਾਪਤੀ ਕਰਦੇ ਨੇ, ਉਹਨੂੰ ਪ੍ਰਤਪਾਦਕ ਗੁਰੂ। ਪ੍ਰਤਪਾਦਯਤਾ ਪ੍ਰਾਪਤ ਕਰਨ ਵਾਲਾ। ਕਹਿੰਦੇ ਭਾਈ ਇਹ ਗੁਰੂ ਦੀ ਪ੍ਰਾਪਤੀ ਕਰਨ ਵਾਲਾ ਗ੍ਰੰਥ ਗੁਰਨ ਸੰਬੰਧ। ਇਹ ਜਿਹੜਾ ਗ੍ਰੰਥ ਹੈ ਇਹਦਾ ਸੰਬੰਧ ਕਿਹਦੇ ਨਾਲ ਹੈ। ਇਹਦਾ ਸੰਬੰਧ ਦਸਾਂ ਪਾਤਸ਼ਾਹੀਆਂ ਗੁਰੂ ਸਾਹਿਬਾਂ ਨਾਲ ਹੈ। ਇਹ ਤੀਜਾ ਇਹਦਾ ਜਿਹੜਾ ਅਨੁਬੰਧ ਹੈ। ਪ੍ਰਾਪਕਤਾ ਕਹਿਤ ਹੈ, ਫਲ ਅਧਿਕ੍ਰਿਤ ਕੋ ਫੰਦ। ਤੇ ਚੌਥਾ ਫਿਰ ਹੁੰਦਾ ਹੈ ਭਾਈ ਵੀ ਇਹਦਾ ਫਲ ਕੀ ਹੈ। ਚੌਥਾ ਅਨੁਬੰਧ ਹੈ। ਇਹ ਗਿਆਨੀ ਜੀ ਆਪਣੇ ਜੋ ਸੰਤ ਰੇਣ ਜੀ ਕਹਿਣ ਲੱਗੇ ਪ੍ਰਾਪਕਤਾ ਕਹਿਤ ਹੈ। ਪ੍ਰਾਪ ਵੀ ਇਹਦੇ ਵਿੱਚ ਜੋ ਪ੍ਰਾਪਤ ਕਰਨ ਯੋਗ ਹੈ। ਹਾਂ, ਪਹਿਲਾਂ ਜਿਹੜੀ ਗੱਲ ਆਈ ਸੀ ਕਿ ਪ੍ਰਤਪਾਦਕ ਪ੍ਰਤਪਾਦਯਤਾ, ਪ੍ਰਤਪਾਦਕ ਗੁਰੂ ਤੇ ਪ੍ਰਤਪਾਦਯਤਾ ਦਾ ਭਾਵ ਹੁੰਦਾ ਜੋ ਇਹਦੇ ਵਿੱਚ ਕਥਨ ਕਰਨ ਯੋਗ ਗੱਲ ਆ। ਉਹ ਕਹਿੰਦੇ ਕਥਨ ਕਰਨ ਯੋਗ ਹੈ ਬ੍ਰਹਮ ਦੀ ਗੱਲ। 10 ਪਾਤਸ਼ਾਹੀਆਂ ਜੋ ਬ੍ਰਹਮ ਰੂਪ ਹੈ ਉਹਨਾਂ ਦੀ ਉਪਮਾ। ਇਹ ਤੀਜਾ ਸੀ। ਚੌਥਾ ਆ ਗਿਆ ਅਨੁਬੰਧ ਪ੍ਰਾਪਕਤਾ ਕਹਿਤ ਹੈ, ਫਲ ਅਧਿਕ੍ਰਿਤ ਕੋ ਫੰਦ। ਪ੍ਰਾਪ ਨਾਮ ਹੈ ਕਿ ਇਹਦੇ ਵਿੱਚੋਂ ਪ੍ਰਾਪਤ ਹੋ ਸਕਦਾ। ਕਹਿੰਦੇ ਹਾਂ ਭਾਈ ਇਹ ਪ੍ਰਾਪਤ ਹੋਣ ਯੋਗ ਹੈ ਵੀ ਜੋ ਤੁਸੀਂ ਇਹਦੇ ਵਿੱਚ ਲਿਖਿਆ ਨਾ ਉਹਨੂੰ ਤੁਸੀਂ ਕਮਾ ਸਕਦੇ ਹੋ ਗੱਲ ਨੂੰ। ਇਹ ਨਹੀਂ ਹੁੰਦਾ ਵੀ ਇਹੋ ਜੀ ਗੱਲ ਲਿਖਤੀ ਜਿਹੜੀ ਹੋਵੇ ਹੀ ਨਾ ਸਾਤੋਂ। ਪ੍ਰਾਪਤ ਤੇ ਪ੍ਰਾਪਕਤਾ ਦਾ ਆ ਗਿਆ ਜਿਹੜਾ ਉਹ ਪ੍ਰਾਪਕਤਾ ਕਹਿੰਦੇ ਨੇ ਜਿਹੜਾ ਪ੍ਰਾਪਤ ਕਰਨ ਵਾਲਾ ਜਗਿਆਸੂ ਹੈ। ਇਹ ਜਗਿਆਸੂ ਇਹਦੇ ਵਿੱਚੋਂ ਪ੍ਰਾਪਤ ਕਰਨ ਯੋਗ, ਜਗਿਆਸੂ ਦੇ ਸਾਰਾ ਕੁਝ ਪ੍ਰਾਪਤ ਕਰਨ ਦੇ ਯੋਗ ਹੈ। ਇਹਨੂੰ ਜਿਹੜਾ ਜਗਿਆਸੂ ਹੈ ਪ੍ਰਾਪਤ ਕਰ ਸਕਦਾ ਹੈ। ਫਲ ਅਧਿਕ੍ਰਿਤ ਕੋ ਫੰਦ। ਤੇ ਇਹਦਾ ਫਲ ਕੀ ਹੈ। ਫਲ ਹੈ ਗਿਆਨ। ਅਧਿਕ੍ਰਿਤ ਕੋ ਫੰਦ, ਜੋ ਭਾਈ ਜਿਹੜਾ ਗਿਆਨ ਹੈ ਉਹ ਅਧਿਕਾਰੀ। ਅਧਿਕ੍ਰਿਤ ਕੋ ਫੰਦ। ਫੰਦ ਨਾਮ ਹੈ ਸੰਵਾਦ ਦਾ। ਕਹਿੰਦੇ ਜੇ ਭਾਈ ਇਹਦਾ ਕੋਈ ਵਿਚਾਰ ਕਰੂਗਾ ਨਾ ਤੇ ਉਸ ਨੂੰ ਫਿਰ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਇਸ ਤਰ੍ਹਾਂ ਗਿਆਨੀ ਜੀ ਨੇ ਅਨਬੰਧ ਸੁਨ ਪੁਨ ਕਹਿਤ ਭਾ, ਅਬ ਸ਼ੁਭ ਕਥਾ ਸੁਨਾਏ। ਇਹ ਪ੍ਰਾਪਤੀ ਹੈ ਜੇ ਕੋਈ ਅਧਿਕ੍ਰਿਤ ਕੋ ਫੰਦ ਇਸ ਦੇ ਗ੍ਰੰਥ ਦਾ ਅਧਿਕਾਰੀ ਹੋ ਕੇ ਇਹਦੀ ਵਿਚਾਰ ਕਰੂਗਾ ਤਾਂ ਉਹਨੂੰ ਗਿਆਨ ਦੀ ਪ੍ਰਾਪਤੀ ਹੋਊਗੀ। ਇਹ ਕਹਿੰਦੇ ਭਾਈ ਇਹਦਾ ਅਨੁਬੰਧ ਹੈ ਗ੍ਰੰਥ ਦਾ ਜਿਹੜਾ ਅਸੀਂ ਕਥਨ ਕੀਤਾ ਹੈ। ਤੇ ਬਾਕੀ ਇਤਿਹਾਸ ਆਪਾਂ ਇੱਥੋਂ ਕੱਲ ਅੱਗੇ ਪੜਾਂ ਸੁਣਾਂਗੇ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।